सेंटर ਦੀਆਂ ਸਰਕਾਰਾਂ ਚਾਹੇ ਪੰਜਾਬ ਦੀਆਂ ਸਰਕਾਰਾਂ ਇਹ ਵੱਡੇ ਕਾਰਪੋਰੇਟ ਘਰਾਣਿਆਂ ਦੇ ਘਰ ਭਰਨੇ ਚਾਹੀਦੇ ਕਾਰਪੋਰੇਟ ਨੂੰ ਜ਼ਮੀਨਾਂ 'ਚ ਨਹੀਂ ਵੜਨ ਦੇਣਾ ਉਹ ਜਿਹੜਾ ਕੰਟਰੈਕਟ ਫਾਰਮਿੰਗ ਵਾਲਾ ਕਾਨੂੰਨ ਆ ਉਹ ਰੱਦ ਕੀਤਾ ਜਾਵੇ। ਬੱਚਾ ਪੰਜਾਬ ਦਾ ਕਹਿ ਰਿਹਾ ਕਿ ਕਿਸਾਨਾਂ ਨਾਲ ਧੱਕਾ ਹੋ ਗਿਆ ਤੇ ਇਹ ਧੱਕਾ ਜਿਹੜਾ ਬੰਦ ਹੋਣਾ ਚਾਹੀਦਾ। ਇਹਨੇ 2 ਘੰਟੇ ਦੀ ਉੱਥੇ ਜਿਹੜੀ ਸੀਗੀ ਸੜਕੀ ਆਵਾਜਾਈ ਜਾਮ ਕੀਤੀ, 4 ਪੁਲਿਸ ਵਾਲੇ ਆਏ ਤੇ ਉਹਨੇ ਆਵਾਜਾਈ ਖੋਲ੍ਹਤੀ। ਇਹ ਲੜਾਈ MSP ਦੀ ਨਹੀਂ, ਜ਼ਮੀਨਾਂ ਬਚਾਉਣ ਦੀ ਲੜਾਈ ਆ। ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਔਰ ਜਿਹੜਾ ਕਾਰਪੋਰੇਟ ਸਾਡੀਆਂ ਜ਼ਮੀਨਾਂ ਖੋਣਾ ਚਾਹੁੰਦਾ ਉਸ ਕਾਰਪੋਰੇਟ ਨੂੰ ਅਸੀਂ ਪੰਜਾਬ ਦੇ ਜਿਹੜਾ ਵੜਨ ਨਹੀਂ ਦੇਵਾਂਗੇ। ਉਹਦੇ 'ਚ ਲੱਖੋਵਾਲ ਹੌਲੀ ਜੀ ਖਿੱਚ ਕੇ ਬਾਹਰ ਗਿਆ, ਫੱਟ ਦੇਣੀ ਲੋਕਾਂ ਨੇ ਫੜ ਲਿਆ ਉੱਥੇ ਤੇ ਉਹਨੂੰ ਆਪਣੀ ਉਸੇ ਵੇਲੇ ਜਿਹੜੀ ਉਹ ਵਾਪਸ ਲੈਣੀ ਪਈ। ਜਿੰਨੇ ਹਾਕਮ ਜਮਾਤੀ ਪਾਰਟੀਆਂ ਦੇ ਸਿਆਸੀ ਲੀਡਰ ਆ ਸਾਰੇ ਆਪਣੀ ਮੌਜ ਮਸਤੀ ਦੇ ਪੈਸੇ ਲਾਉਂਦੇ ਆ। ਇਸ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ ਤੇ ਬੇਰੁਜ਼ਗਾਰਾਂ ਦਾ ਜਿਹੜਾ ਹੈਗਾ ਉਹ ਕੋਈ ਫਿਕਰ ਨਹੀਂ। ਈਗੋ ਸਾਰਿਆਂ ਬੰਦਿਆਂ ਦੀ ਬਹੁਤ ਆਈਆਂ ਤੇ 31 ਜਥੇਬੰਦੀਆਂ ਨਾ ਕਿਸਾਨਾਂ ਦੀਆਂ ਈਗੋ ਕਰਕੇ ਹੀ ਹੈ। ਇੱਕ ਸ਼ਾਇਦ ਹੋਰ ਬਣ ਗਈ ਅੱਜ ਜਿਹੜੇ ਲੱਖੋਵਾਲ ਤੋਂ ਕੱਲ੍ਹ ਰਿਜ਼ਾਈਨ ਕਰਕੇ ਸੰਗਰੂਰ ਵਾਲੇ ਕਹਿੰਦੇ ਹੁਣ 32ਵੀਂ ਹੋ ਗਈ। ਸਿਰਫ ਸਰਕਾਰ ਹੀ ਸਰਕਾਰੀ ਹੈ, ਬਾਕੀ ਸਭ ਕੁਝ ਪ੍ਰਾਈਵੇਟ ਹੈ। ਪਰ ਜਦੋਂ ਹਾਲਾਤ ਇਹੋ ਜਿਹੇ ਬਣ ਜਾਂਦੇ ਉਹ ਈਗੋ ਚੱਲਦੀ ਨਹੀਂ। ਉਸ ਹਾਲਾਤ ਜਿਹੜੇ ਤਪੇੜੇ ਮਾਰ ਕੇ ਤੁਹਾਨੂੰ ਈਗੋ ਨੂੰ ਥੱਲੇ ਰੱਖ ਕੇ ਇੱਕ ਵੱਡੇ ਏਜੰਡੇ ਦੇ ਉੱਤੇ ਇਕੱਠਾ ਕਰ ਦਿੰਦੇ, ਜਿਵੇਂ ਇਹ ਸਾਰੀਆਂ ਆਰਗੇਨਾਈਜੇਸ਼ਨਾਂ ਇਕੱਠੀਆਂ ਹੋਈਆਂ। ਉਹ ਅਜੇ ਸਾਨੂੰ ਸਮਝਾਉਣਾ ਚਾਹੁੰਦੀ ਹੈ ਵੀ ਤੁਸੀਂ ਸਮਝੋ ਵੀ ਇਹ ਜਿਹੜੇ ਬਿੱਲ ਹੈ ਠੀਕ ਹੈ। ਦੂਜੀ ਗੱਲ ਉਹ ਐਂ ਪੇਸ਼ ਕਰ ਰਿਹਾ ਵੀ ਜਿਵੇਂ ਤੁਸੀਂ ਗਲਤ 3 ਮਹੀਨਿਆਂ ਤੋਂ ਲੜ ਰਹੇ ਆ, ਅਸੀਂ ਤੁਹਾਨੂੰ ਸਮਝਾਉਂਦੇ ਵੀ ਇਹ ਆਰਡੀਨੈਂਸ ਕਿਵੇਂ ਠੀਕ ਨੇ ਜਾਂ ਇਹ ਲਾਓ ਕਿਵੇਂ ਠੀਕ ਨੇ। ਅੱਜ ਜਿਹੜੀ ਮੀਟਿੰਗ ਹੋਈ ਹੈ ਕਿਸਾਨ ਜਥੇਬੰਦੀਆਂ ਦੀ, ਇਸ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਨੇ ਸ਼ਿਰਕਤ ਕੀਤੀ ਹੈ ਤੇ ਕੀ ਨਿਚੋੜ ਨਿਕਲਿਆ ਇਸ ਮੀਟਿੰਗ ਦਾ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਵਕਤ ਮੇਰੇ ਨਾਲ ਕਿਰਪਾ ਸਿੰਘ ਜੀ IPD ਕਿਸਾਨ ਬਚਾਓ ਮੋਰਚੇ ਦੇ ਪ੍ਰਧਾਨ ਨੇ, ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਕੀ ਨਿਚੋੜ ਨਿਕਲਿਆ ਇਸ ਮੀਟਿੰਗ ਦਾ, ਕਿਹਨੇ ਨੇ ਸ਼ਿਰਕਤ ਕੀਤੀ ਹੈ ਇਸ ਮੀਟਿੰਗ ਦੇ ਵਿੱਚ? ਜਿਹੜੀਆਂ ਸਾਡੀਆਂ ਕਿਸਾਨ ਜਥੇਬੰਦੀਆਂ ਕੱਤੇ ਸਹਿਮਤੀ ਨਾਲ ਲੜ ਰਹੀਆਂ ਇਸ ਕਾਨੂੰਨ ਦੇ ਖਿਲਾਫ, ਉਹ ਅੱਜ ਸਾਰੀਆਂ ਆਈਆਂ ਹੋਈਆਂ ਸੀ ਜੀ। ਇੱਕ ਜਥੇਬੰਦੀ ਦਾ ਬਾਈਕਾਟ ਸੀ, ਇਹਦੇ ਵਿੱਚ ਸਸਪੈਂਡ ਕੀਤਾ ਗਿਆ ਸੀ ਔਰ ਉਸ ਤੋਂ ਇਲਾਵਾ ਸਾਰੀਆਂ ਜਥੇਬੰਦੀਆਂ ਹਾਜ਼ਰ ਸੀ। ਔਰ ਜਿਹੜੀ ਤੁਸੀਂ ਸਸਪੈਂਡ ਕਹਿੰਦੇ ਹੋ ਉਹ ਲੱਖੋਵਾਲ ਜਿਹੜੀ ਹੈਗੀ ਜਿਹਨਾਂ ਨੇ ਪਟੀਸ਼ਨ ਪਾਤੀ ਸੀ ਸੁਪਰੀਮ ਕੋਰਟ ਦੀ ਪਟੀਸ਼ਨ, ਔਰ ਉਹਨਾਂ ਨਾਲ ਗੱਲ ਚੱਲ ਰਹੀ ਜਦੋਂ ਤੱਕ ਉਹ ਪਟੀਸ਼ਨ ਵਾਪਸ ਨਹੀਂ ਲੈਂਦੇ, ਰਿਟਰਨ ਵਿੱਚ ਲਿਆ ਕੇ ਇੱਥੇ ਨਹੀਂ ਰੱਖਦੇ ਜਥੇਬੰਦੀਆਂ ਕੋਲ, ਤਦ ਤੱਕ ਉਹਨਾਂ ਨੂੰ ਸਸਪੈਂਡ ਰੱਖਿਆ ਜਾਊਗਾ ਜੀ। ਭਾਈ ਸਾਹਿਬ, ਇਹ ਸੁਣਨ ਵਿੱਚ ਇਹ ਆਇਆ ਕਿ ਸੁਪਰੀਮ ਕੋਰਟ ਤਾਂ ਉਹਨਾਂ ਨੇ ਵਿਡਰੋ ਕਰ ਲਈ ਹੈ ਪਟੀਸ਼ਨ, ਤੁਸੀਂ ਚਾਹੁੰਦੇ ਕਿ ਜਥੇਬੰਦੀਆਂ ਕੋਲ ਵੀ ਆਉਣਾ? ਉਹ ਸਰ ਜਿੰਨਾ ਚਿਰ ਰਿਟਰਨ ਨਹੀਂ ਆਉਂਦੀ ਉਹਨਾਂ ਚਿਰ ਆਪਾਂ ਉਸ 'ਤੇ ਕੋਈ ਗੱਲ ਨਹੀਂ ਕਰਦੇ ਜੀ। ਹਾਂਜੀ, ਤੇ ਜਿਹੜੀ ਅੱਜ ਦੀ ਮੀਟਿੰਗ ਹੋਈ ਆ ਉਸ ਦੇ ਵਿੱਚ ਜਿਹੜਾ ਸਾਡਾ ਧਰਨੇ ਪ੍ਰਦਰਸ਼ਨ ਚੱਲ ਰਿਹਾ ਕਾਲੇ ਕਾਨੂੰਨ ਦੇ ਖਿਲਾਫ, ਉਹ ਇਹ ਤਿਉਂ ਦੇ ਤਿਉਂ ਜਾਰੀ ਰਹੂਗਾ। BJP ਦੇ ਲੀਡਰਾਂ ਦਾ ਘਰਾਓ ਜਾਰੀ ਰਹੂਗਾ, ਜਿਹੜੇ ਰਿਲਾਇੰਸ ਦੇ ਪੰਪ ਨੇ, ਜਿਹੜੇ ਟੋਲ ਪਲਾਜ਼ਾ ਨੇ ਔਰ ਜਿਹੜੇ ਨਾਲ ਦੀ ਨਾਲ ਰੇਲ ਅੰਦੋਲਨ, ਉਹ ਵੀ ਬਿਲਕੁਲ ਅਗਲੀ ਮੀਟਿੰਗ ਤੱਕ ਹਜੇ ਕੋਈ ਫੈਸਲਾ ਨਹੀਂ। ਇਹ ਧਰਨੇ ਬਿਲਕੁਲ ਬਰਕਰਾਰ ਰਹਿਣਗੇ ਜੀ। ਔਰ ਅੱਜ ਜਿਹੜੀ ਨਵੀਂ ਗੱਲ ਹੈ ਉਹ ਕੈਪਟਨ ਸਰਕਾਰ ਨੂੰ ਜੋ ਪਿਛਲੇ ਦਿਨ ਸਾਨੂੰ ਸੱਦਿਆ ਸੀ, ਉਹਨਾਂ ਵੀ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਇਜਲਾਸ ਐਮਰਜੈਂਸੀ ਬੁਲਾ ਕੇ ਇਹ ਕਾਲੇ ਕਾਨੂੰਨ ਦੇ ਖਿਲਾਫ ਮਤਾ ਪਾਇਆ ਜਾਊਗਾ। ਉਸ 'ਤੇ ਹਾਲੇ ਕੋਈ ਕਾਰਵਾਈ ਨਹੀਂ ਸ਼ੁਰੂ ਹੋਈ ਔਰ ਸਾਨੂੰ ਜਥੇਬੰਦੀਆਂ ਨੂੰ ਲੱਗ ਰਿਹਾ, ਕਿਸਾਨ ਜਥੇਬੰਦੀਆਂ ਨੂੰ, ਕਿ ਉਹ ਤੁਰੰਤ 1 ਹਫ਼ਤੇ ਦਾ ਉਹਨਾਂ ਨੂੰ ਅਲਟੀਮੇਟਮ ਦਿੱਤਾ ਕਿ ਉਹ ਜਲਦੀ ਤੋਂ ਜਲਦੀ ਇਸ ਨੂੰ ਲੈ ਕੇ ਆਉਣ ਇਜਲਾਸ 'ਚ। ਜੇ ਨਹੀਂ ਲੈ ਕੇ ਆਉਂਦੇ ਤਾਂ ਫਿਰ ਜਿਵੇਂ BJP ਜਾਂ ਜਿਵੇਂ ਅਕਾਲੀਆਂ ਦਾ ਔਰ ਜਿਵੇਂ ਵਿਰੋਧ ਹੋ ਰਿਹਾ ਸੈਂਟਰ ਗੌਰਮੈਂਟ ਦਾ, ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਸਰਕਾਰ, ਪੰਜਾਬ ਸਰਕਾਰ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਊਗਾ ਜੀ। ਤੇ ਇਹਦੇ ਵਿੱਚ ਜਿਹੜਾ ਤੁਹਾਡਾ ਸਾਥ ਦੇ ਰਹੇ ਨੇ, ਜਿੱਦਾਂ ਹੁਣ ਅਸੀਂ ਵੇਖਿਆ ਸੀਗਾ ਸਟਾਰਟਿੰਗ ਜਦੋਂ ਮੁੱਦਾ ਸ਼ੁਰੂ ਹੋਇਆ, ਇਹ ਧਰਨਾ ਸ਼ੁਰੂ ਹੋਇਆ, ਰੋਸ ਪ੍ਰਦਰਸ਼ਨ, ਤਾਂ ਜਿਹੜੇ ਸਿੰਗਰ ਸੀਗੇ, ਗਾਇਕ, ਅਦਾਕਾਰ ਸਾਰੇ ਇਕੱਠੇ ਸਨ ਤੇ ਉਸ ਤੋਂ ਬਾਅਦ ਇੱਕ ਗਾਇਕਾਂ ਦਾ ਧੜਾ ਅਲੱਗ ਹੋ ਗਿਆ, ਦੀਪ ਸਿੱਧੂ ਦਾ ਧੜਾ ਅਲੱਗ ਹੋ ਗਿਆ, ਕਿਸਾਨ ਜਥੇਬੰਦੀਆਂ ਦਾ ਇੱਕ ਤਰੀਕੇ ਨਾਲ ਅਲੱਗ ਚੱਲ ਰਹੀਆਂ ਨੇ, ਉਹ ਕਹਿ ਰਹੇ ਨੇ। ਤੁਸੀਂ ਕੀ ਮੰਨਦੇ ਆ ਕਿ ਸਰ ਇਹ ਵੇਖੋ ਰਾਈਟ ਸਭ ਨੂੰ ਆਪਣੇ ਤਰ੍ਹਾਂ ਉਹ ਜਿਵੇਂ ਮਰਜ਼ੀ ਪ੍ਰਦਰਸ਼ਨ ਕਰਨ, ਜੇ ਨਾਲ ਖੜੇ ਨੇ ਜਿਹੜੇ ਕਲਾਕਾਰ ਭਾਈਚਾਰੇ ਉਹਨਾਂ ਨੂੰ ਵੀ ਜੀ ਆਇਆਂ ਨੂੰ ਅਸੀਂ ਉਹਨਾਂ ਦਾ ਬਹੁਤ ਬਹੁਤ ਵੈਲਕਮ ਕਰਨੇ। ਔਰ ਜੇ ਕੋਈ ਲੱਗ ਤੋਂ ਲਾ ਵੀ ਰਿਹਾ ਕੋਈ ਗੱਲ ਨਹੀਂ, ਪੰਜਾਬ ਦੀ ਗੱਲ ਕਰੇ ਅਸੀਂ ਉਸ 'ਤੇ ਕੋਈ ਕਿੰਤੂ ਪਰੰਤੂ ਨਹੀਂ ਕਰ ਰਹੇ ਜੀ। ਹਾਂਜੀ, ਤੇ ਜਿਹੜੀ ਤੁਸੀਂ ਦੱਸ ਰਹੇ ਹੋ ਕਿ ਅਲਟੀਮੇਟ ਦਿੱਤਾ ਗਿਆ ਪੰਜਾਬ ਸਰਕਾਰ ਨੂੰ 1 ਹਫ਼ਤੇ ਦਾ, ਕੀ ਉਮੀਦ ਲੱਗਦੀ ਹੈ? ਕਈ ਲੋਕ ਇਹ ਵੀ ਕਹਿ ਰਹੇ ਨੇ ਕਿ ਜਿੱਦਾਂ ਹੁਣ ਰਾਹੁਲ ਗਾਂਧੀ ਆਏ ਸਨ, ਉਹ ਕਹਿੰਦੇ ਕਿ ਰੋਟੀਆਂ ਸੇਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹ ਕਹਿ ਰਹੇ ਨੇ ਕਿ ਜਦੋਂ ਕੇਂਦਰ ਵਿੱਚ ਸਾਡੀ ਸਰਕਾਰ ਆਊਗੀ ਉਦੋਂ ਅਸੀਂ ਰੱਦ ਕਰਾਂਗੇ। ਸਰ ਰਾਜਨੀਤਿਕ ਪਾਰਟੀਆਂ ਚਾਹੇ ਕਾਂਗਰਸ ਹੈ ਚਾਹੇ ਭਾਜਪਾ ਹੈ, ਸਾਰੇ ਰੋਟੀਆਂ ਸੇਕ ਰਹੇ। ਇਹ ਸਭ ਇਕੱਲੇ ਬੱਚੇ ਨੂੰ, ਪੰਜਾਬ ਦੇ ਕਿਸਾਨਾਂ ਨੂੰ ਸਭ ਨੂੰ ਪਤਾ ਹੈ ਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ ਉਹਨਾਂ ਨੂੰ ਇੱਥੇ ਆ ਕੇ ਟਰੈਕਟਰ ਮਾਰਚ ਕੱਢਣ ਦਾ ਕੋਈ ਲਾ ਨਹੀਂ ਹੈਗਾ। ਜੇ ਉਹਨਾਂ ਨੂੰ ਵਾਕਈ ਹੀ ਦਰਦ ਹੈ ਪੰਜਾਬ ਦੀ ਕਿਸਾਨੀ ਦਾ, ਤੇ ਉਹ ਜਾ ਕੇ ਲੋਕ ਸਭਾ 'ਚ ਉੱਥੇ ਦਿੱਲੀ ਬੁਲਾਉਣ ਧਰਨਾ, ਅਸੀਂ ਉਹਨਾਂ ਨੂੰ ਵੋਟ ਪਾ ਕੇ ਅਧਿਕਾਰ ਦਿਵਾਇਆ ਕਿ ਸਾਡੀ ਆਵਾਜ਼ ਬਣਨ, ਸਾਡੀ ਆਵਾਜ਼ ਜਾ ਕੇ ਉੱਥੇ ਬਣਨ, ਜਾਂ ਵਿਧਾਨ ਸਭਾ ਇਕੱਠੇ ਬੁਲਾ ਕੇ ਉੱਥੇ ਸਾਡੀ ਆਵਾਜ਼ ਬਣਨ, ਨਾ ਕਿ ਸੜਕਾਂ 'ਤੇ ਆ ਕੇ। ਸੜਕਾਂ 'ਤੇ ਕਿਸਾਨ ਪਹਿਲਾਂ ਬੈਠੇ ਹੋਏ ਜੀ, ਸੋ ਉਸ ਨੂੰ ਅਸੀਂ ਕੋਈ ਜ਼ਿਆਦਾ ਨਹੀਂ ਲੈ ਰਹੇ। ਇਹ ਜਿਹੜਾ ਅੰਦੋਲਨ ਹੈ ਕਿਸਾਨਾਂ ਦਾ ਅੰਦੋਲਨ, ਨਾ ਕਿ ਰਾਜਨੀਤਿਕ ਪਾਰਟੀਆਂ ਦਾ ਅੰਦੋਲਨ ਹੈ ਜੀ। ਸਰ ਇਹਨੂੰ ਕਿੱਦਾਂ ਵੇਖਦੇ ਆ ਹੁਣ ਕਿ ਅੱਗੇ ਦੀ ਰਣਨੀਤੀ ਕਿੱਦਾਂ ਹੋਗੀ? ਸੁਪਰੀਮ ਕੋਰਟ ਜੇ ਤੁਸੀਂ ਅੱਗੇ ਜਾਵੋਗੇ ਤਾਂ ਅੱਗੇ ਦੀ ਕਿਸ ਤਰੀਕੇ ਨਾਲ ਰਣਨੀਤੀ ਤੁਸੀਂ ਉਹ ਤੈਅ ਕੀਤੀ ਹੈ, ਕੋਈ ਰੋਡ ਮੈਪ? ਬਿਲਕੁਲ ਸਰ, ਉਸ ਲਈ ਐਡਵੋਕੇਟ ਅਸੀਂ ਨਿਯੁਕਤ ਕੀਤੇ ਹੋਏ ਨੇ, ਪਰ ਜੋ ਅੱਗੇ ਜਾਣਾ ਉਹ ਸਾਰੀਆਂ 31 ਜਥੇਬੰਦੀਆਂ ਦੀ ਸਹਿਮਤੀ ਨਾਲ ਅਗਲੀ ਮੀਟਿੰਗ ਵਿੱਚ ਫੈਸਲਾ ਜ਼ਰੂਰ ਕੀਤਾ ਜਾਊਗਾ ਜੀ।
ਬਹੁਤ ਧੰਨਵਾਦ ਜੀ। ਸੋ ਇਹ ਸਨ ਕਿਰਪਾ ਸਿੰਘ ਜੀ, IPD ਦੇ ਪ੍ਰਧਾਨ ਨੇ, ਕਿਸਾਨ ਬਚਾਓ ਮੋਰਚਾ ਦੇ ਪ੍ਰਧਾਨ ਨੇ, ਔਰ ਇਹਨਾਂ ਨੇ ਦੱਸਿਆ ਕਿ ਅਲਟੀਮੇਟਮ ਦਿੱਤਾ ਗਿਆ ਪੰਜਾਬ ਸਰਕਾਰ ਨੂੰ 1 ਹਫ਼ਤੇ ਦਾ ਕਿ ਪੰਜਾਬ ਸਰਕਾਰ ਆਪਣੇ ਇਜਲਾਸ ਬੁਲਾ ਕੇ ਉਹ ਮਤਾ ਪਾਸ ਕਰੇ ਇਸ ਕਾਨੂੰਨਾਂ ਦੇ ਖਿਲਾਫ। ਸੋ ਅੱਗੇ ਚੱਲਦੇ ਹਾਂ, ਹੋਰ ਬੁੱਧੀਜੀਵੀਆਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿਹੜਾ ਕਿ ਅੱਜ ਇਸ ਮੀਟਿੰਗ ਦਾ ਹਿੱਸਾ ਸਨ। ਇਸ ਵਕਤ ਪ੍ਰੋਫੈਸਰ ਮਨਜੀਤ ਸਿੰਘ ਜੀ ਬੁੱਧੀਜੀਵੀ ਮੌਜੂਦ ਨੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ ਸਰ, ਕਿਵੇਂ ਵੇਖਦੇ ਆ ਹੁਣ ਜਿਹੜੀ ਮੀਟਿੰਗ ਚੱਲੀ ਹੈ ਇਸ ਦਾ ਅੱਜ ਦਾ ਨਿਚੋੜ ਕੀ ਨਿਕਲਿਆ? ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਕਿਸਾਨਾਂ ਦੀ ਇੱਕ ਜਥੇਬੰਦੀ ਨੇ ਪਟੀਸ਼ਨ ਵੀ ਪਾਤੀ ਸੀਗੀ ਤੇ ਉਹ ਵਿਡਰੋ ਵੀ ਕਰ ਲਿੱਤੀ ਗਈ ਹੈ, ਤੇ ਕੀ ਅੱਗੇ ਦਾ ਕੀ ਰੋਡ ਮੈਪ ਤਿਆਰ ਕੀਤਾ ਗਿਆ? ਅਜੇ ਦੇਖੋ, ਜਿਹੜੀ ਅੱਜ ਦੀ ਮੀਟਿੰਗ 'ਚ ਮੈਨੂੰ ਜਿੰਨਾ ਪਤਾ ਲੱਗਾ ਆ ਉਹ ਇਹੀ ਹੈ ਕਿ ਕੱਲ ਜਿਹੜੀ ਮੀਟਿੰਗ ਦੀ ਇੱਕਦਮ ਉਛਾਲਾ ਜਿਹਾ ਆਇਆ ਸੀਗਾ ਕਿ ਕੁਛ ਨਾ ਕੁਛ ਉੱਥੇ ਸ਼ਾਇਦ ਫੈਸਲਾ ਹੋਊਗਾ, ਤੇ ਉਹਦੇ 'ਚੋਂ ਤੇ ਕੋਈ ਬਹੁਤੀ ਉਮੀਦ ਲੱਗ ਨਹੀਂ ਰਹੀ ਹਾਲ ਦੀ ਘੜੀ। ਔਰ ਇਹਨਾਂ ਦੇ ਮਨ ਵਿੱਚ ਇਹ ਹੈ ਕਿ ਇਹ ਮੀਟਿੰਗ ਵੀ ਉਸੇ ਕਿਸਮ ਦੀ ਆ ਕਿ ਜਿਵੇਂ ਕਿਸੇ ਨੂੰ ਸਾਨੂੰ ਬਿਠਾ ਕੇ ਸਮਝਾਉਣਾ ਬੁਝਾਉਣਾ ਹੋਵੇ, ਜਿਵੇਂ ਅਸੀਂ ਬੱਚੇ ਹੋਈਏ ਤੇ ਅਸੀਂ ਸਮਝਦੇ ਨਹੀਂ ਹੈ, ਤੇ ਉਸ ਗੱਲ ਨੂੰ ਇਹ ਚਾਹੁੰਦੇ ਹੋਣਗੇ ਕਿ ਉਹ ਦਿੱਲੀ ਦੇ ਵਿੱਚ ਲਿਜਾ ਕੇ ਇਹਨਾਂ ਨੂੰ ਕਿ ਤੁਸੀਂ ਆਹ ਦੇਖੋ ਇੱਥੇ ਚਾਹ ਲਿਖਿਆ, ਇਹਦਾ ਫਾਇਦਾ ਇਹਦਾ ਫਾਇਦਾ ਇਹਦਾ ਫਾਇਦਾ, ਕਿ ਤੁਸੀਂ ਤੇ ਆਪਣਾ ਫਾਇਦਾ ਨਹੀਂ ਚਾਹੁੰਦੇ। ਤੇ ਉਹ ਇਸ ਕਿਸਾਨ ਲੀਡਰ ਇਹ ਸੋਚਦੇ ਵੀ ਅਸਲ 'ਚ ਗੱਲ ਇਹਦੇ ਤੋਂ ਬਹੁਤ ਅੱਗੇ ਜਾ ਚੁੱਕੀ ਹੈ। ਤਾਂ ਮੈਨੂੰ ਲੱਗਦਾ ਕਿ ਇਸ ਕਰਕੇ ਜਿਹੜਾ ਮੀਟਿੰਗ ਤੋਂ ਤੇ ਕਿਨਾਰਾ ਕਰ ਰਹੇ ਹੈਗੇ ਹਾਲ ਦੀ ਘੜੀ, ਕੋਈ ਨਵੀਂ ਮੀਟਿੰਗ ਜਿਹਦੇ ਵਿੱਚ ਇਹਨਾਂ ਨੂੰ ਇਸ ਗੱਲ ਦੀ ਉਮੀਦ ਹੋਏ ਕਿ ਕੁਛ ਨਾ ਕੁਛ MSP ਦੇ ਉੱਤੇ ਗੱਲ ਹੋ ਕੇ ਸਰਕਾਰ ਕੋਈ ਯੀਲਡ ਕਰ ਰਹੀ ਹੈ, ਉਹ ਆਉਣ ਵਾਲੇ ਸਮੇਂ 'ਚ ਦੇਖਣ ਵਾਲੀ ਗੱਲ ਹੈਗੀ। ਤੇ ਇਹਨੂੰ ਕਿੱਦਾਂ ਵੇਖਦੇ ਹੁਣ ਕਿ ਜਦੋਂ ਕਾਨੂੰਨੀ ਕਾਰਵਾਈ ਇਸ ਬਿੱਲ ਨੂੰ ਲੈ ਕੇ ਕੋਈ ਅੱਗੇ ਕੀਤੀ ਜਾਊਗੀ, ਉਹਦਾ ਕੋਈ ਰੋਡ ਮੈਪ ਤਿਆਰ ਕੀਤਾ ਗਿਆ? ਹੁਣ ਕਾਨੂੰਨੀ ਕਾਰਵਾਈ ਤੇ ਦੇਖੋ, ਇਹ ਤੇ ਆਪਣੇ ਜੋ ਇਹਨਾਂ ਨੇ ਕਾਰਵਾਈ ਕਰਨੀ ਇਹ ਤੇ ਕਰ ਹੀ ਰਹੇ ਆ। ਕਾਨੂੰਨੀ ਕਾਰਵਾਈ ਤੇ ਸਰਕਾਰਾਂ ਕਰਦੀਆਂ ਹੁੰਦੀਆਂ, ਤੇ ਸਰਕਾਰਾਂ ਜੇ ਕੁਝ ਕਰਨਗੀਆਂ ਉਹ ਤੇ ਫਿਰ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗ ਸਕਦਾ। ਅੱਜ ਦੀ ਤਰੀਕ ਦੇ ਵਿੱਚ ਪੰਜਾਬ ਦੀ ਸਰਕਾਰ ਕੀ ਸੋਚਦੀ ਹੈ, ਦਿੱਲੀ ਦੀ ਸਰਕਾਰ ਕੀ ਸੋਚਦੀ ਹੈ, ਇਹ ਤੇ ਅਜੇ ਤੁਰੰਤ ਉਹਨਾਂ ਦੇ ਆਪਣੇ ਮਨ ਵਿੱਚ ਕੀ ਹੈ ਇਹ ਤੇ ਕੱਲ੍ਹ ਦੀ ਮੀਟਿੰਗ ਤੋਂ ਬਾਅਦ ਪਤਾ ਲੱਗਣਾ ਸੀ। ਪਰ ਇਹ ਤੇ ਮੀਟਿੰਗ ਤੋਂ ਪਹਿਲਾਂ ਹੀ ਇਹਨਾਂ ਦਾ ਮਾਈਂਡ ਸੈਟ ਇੰਝ ਹੋ ਗਿਆ ਕਿ ਨਹੀਂ ਉਹ ਅਜੇ ਇਮਾਨਦਾਰੀ ਨਾਲ ਗੱਲ ਨਹੀਂ ਕਰਨਾ ਚਾਹੁੰਦੇ, ਸਾਡੇ ਨਾਲ ਸਿਰਫ ਆਪਣਾ ਸਰਕਾਰ ਟਾਈਮ ਪਾਸ ਕਰਨਾ ਚਾਹੁੰਦੀ ਹੈ। ਤੇ ਸਰ, ਇਹਨੂੰ ਕਿੱਦਾਂ ਵੇਖਦੇ ਆ ਕਿ ਗ੍ਰਾਮ ਪੰਚਾਇਤਾਂ ਦਾ ਇੱਕ ਸੁਣਿਆ ਸੀਗਾ ਕਿ ਜੇ ਮਤਾ ਪਾਸ ਕਰ ਦੇਣ ਸਾਰੇ ਪੰਜਾਬ ਦੀਆਂ ਗ੍ਰਾਮ ਪੰਚਾਇਤਾਂ ਤਾਂ ਕੁਝ ਨਾ ਕੁਝ ਸਾਡੇ ਕੋਲ ਐਵੀਡੈਂਸ ਹੋ ਜਾਊਗਾ, ਅਸੀਂ ਗੱਲ ਕਰਨ ਜੋਗੇ ਹੋ ਜਾਵਾਂਗੇ। ਵੈਸੇ ਵੀ ਉਹ ਤੇ ਇੱਕ ਚਲੋ ਲੀਗਲ ਆਧਾਰ ਬਹੁਤ ਤਕੜਾ ਕਿ ਇੰਨੀਆਂ ਗ੍ਰਾਮ ਪੰਚਾਇਤਾਂ ਨੇ ਮਤੇ ਪਾ ਕੇ ਕਿਹਾ ਕਿ ਸਾਨੂੰ ਇਹ ਮਨਜ਼ੂਰ ਨਹੀਂ ਹੈਗਾ, ਉਹਦੀ ਇੱਕ ਲੀਗਲ ਵੈਲਿਊ ਬਹੁਤ ਜ਼ਿਆਦਾ। ਅਦਰਵਾਈਜ਼ ਜੇ ਦੇਖਿਆ ਜਾਏ ਤਾਂ ਸਾਰਾ ਪੰਜਾਬ ਹੁਣ ਇੱਕ ਪਾਸੇ ਹੀ ਹੈ। ਕਿਹੜਾ ਬੱਚਾ, ਕਿਹੜਾ ਬੰਦਾ, ਕਿਹੜਾ EMPLOYE, ਕਿਹੜਾ ਨੌਜਵਾਨ, ਹਰ ਬੰਦਾ ਬੱਚਾ ਪੰਜਾਬ ਦਾ ਕਹਿ ਰਿਹਾ ਕਿ ਕਿਸਾਨਾਂ ਨਾਲ ਧੱਕਾ ਹੋ ਗਿਆ, ਤੇ ਇਹ ਧੱਕਾ ਜਿਹੜਾ ਬੰਦ ਹੋਣਾ ਚਾਹੀਦਾ। ਇਸ ਲਈ ਉਹ ਇੱਕ ਜਨਰਲ ਤੁਸੀਂ ਇੰਝ ਕਹਿ ਲਓ ਰੈਫਰੈਂਡਮ ਰਾਏਸ਼ੁਮਾਰੀ ਤੇ ਵੱਡੇ ਪੱਧਰ ਤੇ ਬਣੀ ਹੋਈ ਹੈ। ਸਰ, ਇਹਨੂੰ ਕਿੱਦਾਂ ਵੇਖਦੇ ਆ ਕਿ ਪਹਿਲਾਂ ਇਹ ਜਿਹੜਾ ਲਾਮਬੰਦੀ ਸੀਗੀ ਸਾਰਿਆਂ ਦੀ ਇਕੱਤਰਤਾ ਹੋ ਗਈ ਸੀਗੀ, ਭਾਵੇਂ ਅਦਾਕਾਰ ਹੋਣ, ਭਾਵੇਂ ਸਿੰਗਰ ਹੋਣ, ਜਥੇਬੰਦੀਆਂ ਹੋਣ, ਹੌਲੀ ਹੌਲੀ ਟੁੱਟਦੇ ਜਾ ਰਹੇ ਨੇ, ਤੇ ਕੋਈ ਮੰਗ ਕਰ ਰਿਹਾ, ਕੋਈ ਤੇ ਹੁਣ ਜਿਹੜੇ ਦੀਪ ਸਿੱਧੂ ਹੋ ਰਹੇ ਨੇ ਉਹ ਥੋੜ੍ਹਾ ਜਿਹਾ ਪੰਜਾਬ ਨੂੰ ਲੈ ਕੇ ਵੱਡੇ ਆਧਾਰ ਦੇ ਉੱਤੇ ਚਲੇ ਗਏ ਨੇ, ਉਹ ਖੁਦ ਮੁਖਤਿਆਰੀ ਦੀ ਗੱਲ ਕਰ ਰਹੇ ਨੇ। ਚਲੇ ਜਾਣ, ਇੱਥੇ ਬਹੁਤ ਆਉਂਦੇ ਆ ਬਹੁਤ ਜਾਂਦੇ ਆ। ਪੰਜਾਬ ਵੀ ਬਹੁਤ ਵਿਸ਼ਾਲ ਆ ਔਰ ਪੰਜਾਬ ਦਾ ਇਤਿਹਾਸ ਵੀ ਬਹੁਤ ਅਮੀਰ ਹੈ। ਇਹ ਤੇ ਅਲੱਗ-ਅਲੱਗ ਧਰਾਵਾਂ ਚੱਲਦੀਆਂ ਵੀ ਰਹਿੰਦੀਆਂ, ਫਿਰ ਜੁੜਦੀਆਂ ਵੀ ਰਹਿੰਦੀਆਂ, ਫਿਰ ਅਲੱਗ ਹੁੰਦੀਆਂ। ਜਿਵੇਂ ਦਰਿਆਵਾਂ ਦੀਆਂ ਆ, ਦੇਖੋ ਵੱਡੀ ਨਦੀ ਬਣਦੀ ਆ ਛੋਟੀਆਂ ਤੇ 31 ਜਿਹੜੇ ਕਦੀ ਇਕੱਠੇ ਨਹੀਂ ਸੀ ਹੁੰਦੇ ਹੋ ਕੇ ਇੱਕ ਵੱਡੀ ਤਾਕਤ ਉਹ ਸਾਹਮਣੇ ਆਏ ਆ। ਉਹਦੇ 'ਚ ਲੱਖੋਵਾਲ ਹੌਲੀ ਜੀ ਖਿਸਕ ਕੇ ਬਾਹਰ ਗਿਆ, ਫੱਟ ਦੇਣੀ ਲੋਕਾਂ ਨੇ ਫੜ ਲਿਆ ਉੱਥੇ ਹੀ, ਤੇ ਉਹਨੂੰ ਆਪਣੀ ਉਸੇ ਵੇਲੇ ਜਿਹੜੀ ਉਹ ਵਾਪਸ ਲੈਣੀ ਪਈ। ਜੇ ਦੀਪ ਸਿੱਧੂ ਵੀ ਆਪਣੀ ਲੱਗ ਇਹੋ ਜਿਹੇ ਟਾਈਮ ਦੇ ਉੱਤੇ ਕੋਈ ਨਵੀਂ ਇਸ ਹਾਲਾਤ ਦੇ ਵਿੱਚ ਛੇੜਨਾ ਚਾਹੂਗਾ ਪੈਰਲਲ, ਤੇ ਉਹ ਕਾਫੀ ਮੈਨੂੰ ਲੱਗਦਾ ਕਿ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਊਗਾ। ਕਿਉਂਕਿ ਇਸ ਵੇਲੇ ਜੇ ਸਾਰਾ ਪੰਜਾਬ ਦੀ ਬਿਰਤੀ ਲੱਗੀ ਹੋਈ ਹੈ ਜਾਂ ਸੋਚ ਜਿਹੜੀ ਸਾਰੀ ਹੈ ਜਾਂ ਸਾਰੀ ਤਾਕਤ ਜਿਹਦੇ ਵਿੱਚ ਝੋਕੀ ਹੋਈ ਹੈ ਲੋਕਾਂ ਨੇ, ਉਹ ਕਿਸਾਨੀ ਦੇ ਮੁੱਦਿਆਂ ਦੇ ਉੱਤੇ ਸਿੱਧੀ ਜੇ ਅਸੀਂ ਹੁਣ ਕੋਈ ਵੱਡੇ ਰਾਜਨੀਤਿਕ ਏਜੰਡੇ ਇਹਦੇ 'ਚੋਂ ਕੱਢ ਕੇ ਆਪਾਂ ਅੱਗੇ ਤੁਰਨਾ ਚਾਹਾਂਗੇ, ਉਹ ਹਾਲ ਦੀ ਘੜੀ ਉਹੋ ਜਿਹਾ ਮੂਡ ਪੰਜਾਬ ਦੇ ਵਿੱਚ ਨਜ਼ਰ ਨਹੀਂ ਆਉਂਦਾ। ਤੁਸੀਂ ਕਹਿੰਦੇ ਕਿ ਉਹ ਚੀਜ਼ ਹਾਲੇ ਫਿਜ਼ੀਬਲ ਨਹੀਂ ਹੋ ਸਕਦੀ? ਮੈਨੂੰ ਲੱਗਦਾ ਕਿ ਜੇ ਅਸੀਂ ਇਸ ਨੂੰ ਫਿਜ਼ੀਬਲ ਕਰਾਂਗੇ ਤੇ ਉਹ ਅਗਲਾ ਸਟੈਪ ਹੈਗਾ, ਪਰ ਜੇ ਇਹਦੇ ਨਾਲ ਹੀ ਪੈਰਲਲ ਚਲਾ ਲਾਂਗੇ ਤੇ ਉਹ ਮੁਸ਼ਕਲ ਹੈ। ਮਤਲਬ ਕਿ ਪੌੜੀ ਦਰ ਪੌੜੀ ਸਾਨੂੰ ਚੜ੍ਹਨਾ ਪਊਗਾ। ਠੀਕ ਹੈ, ਤੇ ਅੱਜ ਦੀ ਮੀਟਿੰਗ ਜਿਹੜੀ ਹੁਣ ਹੋ ਕੇ ਹਟੀ ਹੈ, ਇਸ ਨੂੰ ਤੁਸੀਂ ਸਕਾਰਾਤਮਕ ਮੰਨਦੇ ਹੋ ਜਾਂ ਕੀ ਵੇਖਦੇ ਹੋ, ਕਿਸ ਤਰ੍ਹਾਂ ਵੇਖਦੇ ਹੋ? ਮੈਂ ਮੀਟਿੰਗ ਦੇ ਵਿੱਚ ਨਹੀਂ ਸੀ ਬੈਠਾ, ਮੀਟਿੰਗ ਤੋਂ ਬਾਅਦ ਮੈਂ ਆਇਆ, ਪਰ ਮੈਨੂੰ ਲੱਗਦਾ ਕਿ ਜੋ ਮੈਂ ਗੱਲਾਂ ਸੁਣੀਆਂ ਬਾਅਦ ਵਿੱਚ ਲੀਡਰਾਂ ਨੂੰ ਮਿਲੇ ਆ, ਤੇ ਜੋ ਉਹਨਾਂ ਦੇ ਫੈਸਲੇ ਉਹ ਆਪਣੇ ਤੌਰ 'ਤੇ ਉਹਨਾਂ ਦੀ ਆਪਣੀ ਸੋਚ ਵਿੱਚੋਂ ਫੈਸਲੇ ਆ, ਆਪਣੀ ਤਾਕਤ ਨੂੰ ਦੇਖ ਕੇ ਕਿ ਅਸੀਂ ਅਜੇ ਕਿੰਨਾ ਕੁ ਹੋਰ ਇਸ ਮੂਵਮੈਂਟ ਨੂੰ ਅੱਗੇ ਨਿਭਾ ਸਕਦੇ ਹਾਂ, ਉਹਦੇ 'ਚੋਂ ਫੈਸਲੇ ਹੀ ਨਿਕਲਦੇ ਹੁੰਦੇ ਆ, ਤੇ ਜਮ੍ਹਾਂ ਘਟਾ ਕਰਕੇ ਹੀ ਪਤਾ ਚੱਲਦਾ। ਪਰ ਜੋ ਸਾਨੂੰ ਇੱਕ ਮਾੜੀ ਜਿਹੀ ਉਮੀਦ ਬੱਝੀ ਸੀ ਵੀ 8 ਨੂੰ ਉੱਥੇ ਜਾ ਕੇ ਸ਼ਾਇਦ ਕੋਈ ਰਸਤਾ ਤੈਅ ਹੋਊਗਾ ਜਾਂ ਨਿਕਲੂਗਾ, ਉਹਦੇ 'ਤੇ ਪਾਣੀ ਫਿਰ ਗਿਆ ਲੱਗਦਾ।
ਅੱਛਾ ਆਖਰੀ ਸਵਾਲ ਪ੍ਰੋਫੈਸਰ ਸਾਹਿਬ ਇਹ ਪੁੱਛਣਾ ਚਾਹਾਂਗਾ, ਅਸੀਂ ਵੇਖਦੇ ਆਏ ਹਾਂ ਪਹਿਲਾਂ ਵੀ ਮੋਰਚੇ ਲੱਗਦੇ ਰਹੇ ਨੇ, ਪਰ ਇੱਕ ਜਿਹੜੀ ਚੌਧਰ ਦੀ ਲੜਾਈ ਹੁੰਦੀ ਹੈ ਨਾ, ਚੌਧਰਪਣਾ ਸਾਰਿਆਂ ਨੂੰ ਖਾ ਜਾਂਦਾ, ਮੋਰਚਿਆਂ ਨੂੰ ਵੀ ਖਾ ਜਾਂਦਾ। ਕੀ ਲੱਗਦਾ ਕਿ ਇਸ ਲੜਾਈ ਦੇ ਵਿੱਚ ਵੀ ਹਲੇ ਵੀ ਸਾਨੂੰ ਆਪਣੀ ਈਗੋ ਨੂੰ ਪਿੱਛੇ ਰੱਖਣਾ ਚਾਹੀਦਾ? ਕਿਤੇ ਲੱਗਦਾ ਵੀ ਹਲੇ ਵੀ ਈਗੋ ਜਿਹੜੀ ਉਹ ਮੂਹਰੇ ਆ ਰਹੀ ਹੈ? ਨਹੀਂ, ਈਗੋ ਵਾਲੇ ਬੰਦੇ ਨਹੀਂ ਆਉਣਗੇ ਇੱਥੇ, ਤੇ ਸ਼ਰਧਾ ਵਾਲੇ ਬੰਦੇ ਹੀ ਕਾਮਯਾਬ ਹੋਣਗੇ। ਹੁਣ ਈਗੋ ਸਾਰਿਆਂ ਬੰਦਿਆਂ ਦੀ ਬਹੁਤ, ਤਾਂਹੀਓ ਤੇ 31 ਜਥੇਬੰਦੀਆਂ ਨਾ ਕਿਸਾਨਾਂ ਦੀਆਂ, ਕਿਉਂ ਈਗੋ ਕਰਕੇ ਹੀ ਹੈ। ਇੱਕ ਸ਼ਾਇਦ ਹੋਰ ਬਣ ਗਈ ਅੱਜ, ਜਿਹੜੇ ਲੱਖੋਵਾਲ ਚੋਂ ਕੱਲ੍ਹ ਰਿਜ਼ਾਈਨ ਕਰਕੇ ਸੰਗਰੂਰ ਵਾਲੇ ਕਹਿੰਦੇ ਹੁਣ 32ਵੀਂ ਹੋ ਗਈ, ਤੇ ਉਹ ਇਸ ਤਰੀਕੇ ਨਾਲ ਉਹ ਈਗੋ ਵੀ ਕਹਿ ਲਓ, ਠੀਕ ਹੈ ਤੁਹਾਡੀ ਗੱਲ, ਪਰ ਜਦੋਂ ਹਾਲਾਤ ਇਹੋ ਜਿਹੇ ਬਣ ਜਾਂਦੇ ਆ ਉਹ ਈਗੋ ਚੱਲਦੀ ਨਹੀਂ। ਉਸ ਹਾਲਾਤ ਜਿਹੜੇ ਥਪੇੜੇ ਮਾਰ ਕੇ ਤੁਹਾਨੂੰ ਈਗੋ ਨੂੰ ਥੱਲੇ ਰੱਖ ਕੇ ਇੱਕ ਵੱਡੇ ਏਜੰਡੇ ਦੇ ਉੱਤੇ ਇਕੱਠਾ ਕਰ ਦਿੰਦੇ, ਜਿਵੇਂ ਇਹ ਸਾਰੀਆਂ ਆਰਗੇਨਾਈਜੇਸ਼ਨਾਂ ਇਕੱਠੀਆਂ ਹੋਈਆਂ। ਇਸ ਮਾਹੌਲ ਦੇ ਵਿੱਚ ਜਿਹੜਾ ਵੀ ਆਪਣੇ ਆਪ ਨੂੰ ਚਲਾਕੀ ਮਾਰ ਕੇ ਜਾਂ ਹਉਮੈ ਦੇ ਵਿੱਚ ਕਿ ਮੇਰੇ ਨਾਲ ਵੱਡਾ ਕੋਈ ਨਹੀਂ ਦੱਸਣ ਦੀ ਕੋਸ਼ਿਸ਼ ਕਰੂਗਾ, ਉਹ ਮਾਰ ਖਾਊਗਾ। ਬਹੁਤ ਬਹੁਤ ਧੰਨਵਾਦ। ਇਸ ਵਕਤ ਇੱਕ ਮੀਟਿੰਗ ਹੋ ਕੇ ਹਟੀ ਹੈ ਕਿਸਾਨਾਂ ਦੀ, ਕਿਸਾਨ ਜਥੇਬੰਦੀਆਂ ਦੀ, ਉਹ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਇਸ ਵਕਤ ਮੇਰੇ ਨਾਲ ਕੀਰਤੀ ਕਿਸਾਨ ਯੂਨੀਅਨ ਦੇ ਆਗੂ ਮੌਜੂਦ ਨੇ, ਨਿਰਭੈ ਸਿੰਘ ਟੂਡੀ ਕੇ। ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਨਿਚੋੜ ਨਿਕਲਿਆ ਇਸ ਮੀਟਿੰਗ ਦਾ, ਕਿਵੇਂ ਵੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਨੂੰ, ਕਿਸਾਨਾਂ ਦਾ ਭਵਿੱਖ ਪੰਜਾਬ ਦੇ ਵਿੱਚ ਕੀ ਲੱਗਦਾ ਹੈ? ਅੱਜ ਅਸੀਂ ਮੀਟਿੰਗ ਕੀਤੀ ਹੈ, ਅਸੀਂ ਇਹਨੂੰ ਹੋਰ ਅੱਗੇ ਵਧਾਉਣ ਦਾ ਜਿਹੜਾ ਹੈ ਇਹਨੂੰ ਅਣਮਿੱਥੇ ਲਈ ਤੇ ਜਾਮ ਰੱਖਾਂਗੇ। ਇਸ ਤੋਂ ਬਿਨਾਂ ਰਿਲਾਇੰਸ ਦੇ ਪੰਪ ਹੈ, ਰਿਲਾਇੰਸ ਕੰਪਨੀ ਦੇ ਮੌਲ ਹੈ, ਉਹਨਾਂ ਨੂੰ ਵੀ ਘੇਰਾਂਗੇ, ਘੇਰੇ ਵੇ ਆ। ਅਸੀਂ ਜਿਹੜੇ ਲੀਡਰ ਆ ਜਿਹੜੇ ਵੱਡੇ, ਉਹਨਾਂ ਨੂੰ ਘੇਰਿਆ, ਕੁਛ ਘੇਰੇ ਵੇ ਆ, ਜਿਵੇਂ ਨੂੰ ਅੰਮ੍ਰਿਤਸਰ 'ਚ ਘੇਰਿਆ ਵਾ, ਸਾਬਲੇ ਨੂੰ ਆਪਣੇ ਹੁਸ਼ਿਆਰਪੁਰ 'ਚ ਘੇਰਿਆ ਵਾ, ਹੋਰ ਵੀ ਜਿਹੜੇ ਰਹਿੰਦੇ ਇਹਨਾਂ ਦੇ ਬੀਜੇਪੀ ਦਾ, ਇਹਨਾਂ ਦਾ ਪੂਰਾ ਬਾਈਕਾਟ ਕਰਾਂਗੇ, ਇਹਨਾਂ ਦੇ ਖਿਲਾਫ ਪੂਰੀ ਮੁਹਿੰਮ ਚਲਾਵਾਂਗੇ। ਸਰਕਾਰ ਵੱਲੋਂ ਕੋਈ ਨੁਮਾਇੰਦਾ ਕੋਈ ਆਇਆ ਨਹੀਂ ਮੂਹਰੇ ਕਿ ਤੁਹਾਡੀ ਗੱਲ ਕਰਾਈਏ ਸਿੱਧੀ ਸਰਕਾਰ ਨਾਲ? ਉਹਨਾਂ ਨੇ ਅਜੇ ਤੱਕ ਸਾਨੂੰ ਸਰਕਾਰ ਨੇ ਸਰਕਾਰੀ ਲੈਵਲ ਦੇ ਉੱਤੇ ਕੋਈ ਗੱਲਬਾਤ ਲਈ ਨਹੀਂ ਸੱਦਿਆ। ਰੀਜ਼ਨ ਕੀ ਹੈ ਇਹਦਾ? ਕੀ ਲੱਗਦਾ ਕਿ ਸਰਕਾਰ ਜਾਣਦੀ ਨਹੀਂ? ਉਹ ਗੱਲਬਾਤ ਸਾਡੇ ਨਾਲ ਕਰਨਾ ਨਹੀਂ ਚਾਹੁੰਦੀ, ਉਹ ਅਜੇ ਸਾਨੂੰ ਸਮਝਾਉਣਾ ਚਾਹੁੰਦੀ ਹੈ ਵੀ ਤੁਸੀਂ ਸਮਝੋ ਵੀ ਇਹ ਜਿਹੜੇ ਬਿੱਲ ਹੈ ਠੀਕ ਹੈ। ਸਮਝਾਉਣਾ ਚਾਹੁੰਦੀ ਹੈ, ਦਬਾਉਣਾ ਚਾਹੁੰਦੀ ਹੈ। ਤੇ ਜਿਹੜੀ ਅੱਜ ਦੀ ਮੀਟਿੰਗ ਹੋਈ ਹੈ, ਫਿਰ ਇਹਦੇ ਵਿੱਚ ਕੀ ਵਿਚਾਰ ਨਿਕਲੇ? ਕਿਉਂਕਿ ਇੱਕ ਤੁਹਾਡੀ ਜਥੇਬੰਦੀ ਨੇ ਪਟੀਸ਼ਨ ਵੀ ਪਾਤੀ ਸੀਗੀ ਬਿਨਾਂ ਸਲਾਹ ਕੀਤੀਆਂ ਕਿਸਾਨਾਂ ਦੀ ਜਥੇਬੰਦੀਆਂ ਨਾਲ, ਤੇ ਉਸ ਦੇ ਪ੍ਰਤੀ ਤੁਹਾਡਾ ਕੀ ਰਵੱਈਆ ਹੁਣ? ਜਾਂ ਉਹ ਉਸ ਜਥੇਬੰਦੀ ਨੂੰ ਅਸੀਂ ਕਰਤਾ, ਉਹਨਾਂ ਨੇ ਮੰਨਿਆ ਵੀ ਸਾਡੀ ਗਲਤੀ ਹੈ, ਅਸੀਂ ਉਹ ਜਿਹੜੀ ਪਟੀਸ਼ਨ ਹੈ ਵਾਪਸ ਲਵਾਂਗੇ। ਅਸੀਂ ਉਹਨਾਂ ਨੂੰ ਵੇਖਦੇ ਹਾਂ, ਦੋਸ਼ ਲੈਂਦੇ ਆ। ਖਬਰ ਬਹੁਤ ਫੈਲ ਰਹੀਆਂ ਨੇ, ਖਬਰ ਇਹ ਵੀ ਆਈ ਹੈ ਹੁਣ ਹਾਲ ਹੀ ਦੇ ਵਿੱਚ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8400 ਕਰੋੜ ਰੁਪਏ ਦੇ 2 ਪਲੇਨ ਵੀ ਖਰੀਦੇ ਨੇ ਤਾਂ ਕਿ ਉਹਨਾਂ ਦੀ ਹਵਾਈ ਯਾਤਰਾ ਵਧੀਆ ਹੋ ਸਕੇ, ਆਰਾਮਦਾਇਕ ਹੋ ਸਕੇ। ਤੇ ਕੀ ਵੇਖਦਾ, ਕੀ ਲੱਗਦਾ ਤੁਹਾਨੂੰ ਕਿ ਕਿਸਾਨ ਤਾਂ ਸੜਕਾਂ ਦੇ ਉੱਤੇ ਬਿਲਕ ਰਹੇ ਨੇ, ਕਿਸਾਨਾਂ ਬਾਰੇ ਸੋਚਿਆ ਨਹੀਂ ਜਾ ਰਿਹਾ, ਤੇ ਇਸ ਤਰੀਕੇ ਨਾਲ ਉਹਨਾਂ ਨੂੰ, ਕਿਸਾਨਾਂ ਨੂੰ ਕਹਿ ਦਿੱਤਾ ਜਾਂਦਾ ਕਿ ਤੁਹਾਡੀ ਆਮਦਨ ਦੁੱਗਣੀ ਕੀਤੀ ਜਾਊਗੀ, ਕਿ ਕਿਸਾਨ ਜਿਹੜੀ ਸਰਕਾਰ ਹੈ ਇੰਨਾ ਨਹੀਂ ਖਰੀਦ ਸਕਦੀ, ਅਨਾਜ ਨਹੀਂ ਇੰਨਾ ਖਰੀਦ ਸਕਦੀ, ਇਸ ਕਰਕੇ ਅਸੀਂ ਕਾਰਪੋਰੇਟ ਨੂੰ ਲੈ ਕੇ ਆ ਰਹੇ ਹਾਂ, ਤੁਹਾਡੀ ਭਲਾਈ ਲਈ ਤੁਹਾਡੀ ਆਮਦਨ ਦੁੱਗਣੀ ਹੋ ਜਾਊਗੀ। ਕੀ ਲੱਗਦਾ ਤੁਹਾਨੂੰ ਧੋਖਾ ਕੀਤਾ ਜਾ ਰਿਹਾ? ਦੇਖੋ, ਮੋਦੀ ਸਰਕਾਰ ਸ਼ੁਰੂ ਤੋਂ ਹੀ ਕਾਰਪੋਰੇਟ ਦੀ ਸਰਕਾਰ ਹੈ। ਮੋਦੀ ਸਰਕਾਰ ਜਦੋਂ ਸੱਤਾ ਦੇ ਵਿੱਚ ਪਹਿਲੀ ਵਾਰੀ ਆਈ ਹੈ ਤਾਂ 15000 ਕਰੋੜ ਰੁਪਈਆ ਕਾਰਪੋਰੇਟ ਇਹਨਾਂ ਦੇ ਪ੍ਰਚਾਰ ਤੇ ਲਾਇਆ। ਅਡਾਨੀ ਦੇ ਜਹਾਜ਼ ਦੇ ਵਿੱਚ ਨਰਿੰਦਰ ਮੋਦੀ ਹੋਰੀ ਪ੍ਰਚਾਰ ਕਰਦੇ ਰਹੇ ਆ। ਤਾਂ ਸਾਨੂੰ ਤਾਂ ਸ਼ੁਰੂ ਤੋਂ ਹੀ ਕਲੀਅਰ ਹੈ ਕਿ ਇਹ ਜਿਹੜੇ ਬੀਜੇਪੀ ਜਾਂ ਦੂਜੀਆਂ ਵੀ ਰੂਲਿੰਗ ਕਲਾਸ ਜਿਹੜੀਆਂ ਪਾਰਟੀਜ਼ ਨੇ, ਕਿਸਾਨਾਂ ਦੀਆਂ ਤਾਂ ਇਸ਼ੀ ਨਹੀਂ ਆ। ਸੋ ਰੂਲਿੰਗ ਕਲਾਸ ਪਾਰਟੀ ਜਿੰਨੀਆਂ ਵੀ ਹੈਗੀਆਂ ਨੇ 1991 ਤੋਂ ਜੋ ਨਿੱਜੀਕਰਨ ਦੀਆਂ ਨੀਤੀਆਂ ਚੱਲ ਰਹੀਆਂ ਨੇ ਕਿ ਕੱਲਾ ਸਰਕਾਰੀ ਅਦਾਰਾ ਵੇਚਿਆ ਜਾ ਰਿਹਾ, ਅੱਜ ਸਿਰਫ ਸਰਕਾਰੀ ਹੈ, ਬਾਕੀ ਸਭ ਕੁਝ ਪ੍ਰਾਈਵੇਟ ਆ। ਔਰ ਨਰਿੰਦਰ ਮੋਦੀ ਨੇ ਉਹੀ ਮਤਲਬ ਜਿਹੜੀਆਂ ਸੀਗੀਆਂ ਕਾਂਗਰਸ ਤੇ ਨਰਸਿਮਹਾ ਰਾਓ ਤੇ ਮਨਮੋਹਨ ਸਿੰਘ ਨੇ 1991 ਤੋਂ ਜਿਹੜੀਆਂ ਨੀਤੀਆਂ ਸ਼ੁਰੂ ਕੀਤੀਆਂ, ਉਹੀ ਨੀਤੀਆਂ ਜਿਹੜੀਆਂ ਲਾਗੂ ਕਰ ਰਹੇ ਆ। ਜਿਵੇਂ ਦੂਜੇ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕੀਤਾ ਗਿਆ, ਉਸੇ ਤਰ੍ਹਾਂ ਹੀ ਜਿਹੜਾ ਸੀਗਾ ਸਰਕਾਰੀ ਖਰੀਦ ਏਜੰਸੀਆਂ ਦਾ ਵੀ ਇਹਨਾਂ ਨੇ ਜਿਹੜਾ ਸੀਗਾ ਨਿੱਜੀਕਰਨ ਉਹ ਕਰ ਦਿੱਤਾ ਹੈਗਾ। ਇਸ ਕਰਕੇ ਨਰਿੰਦਰ ਮੋਦੀ ਉਹ ਜਹਾਜ਼ ਤੇ ਕਿੰਨੇ ਪੈਸੇ ਲਾਉਂਦਾ, ਸੂਟਾਂ ਤੇ ਕਿੰਨੇ ਪੈਸੇ, ਇਕੱਲੇ ਨਰਿੰਦਰ ਮੋਦੀ ਦਾ ਮਾਮਲਾ ਨਹੀਂ, ਜਿੰਨੇ ਹਾਕਮ ਜਮਾਤੀ ਪਾਰਟੀਆਂ ਦੇ ਸਿਆਸੀ ਲੀਡਰ ਆ ਸਾਰੇ ਆਪਣੀ ਮੌਜ ਮਸਤੀ ਤੇ ਪੈਸੇ ਲਾਉਂਦੇ ਆ। ਇਸ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ ਤੇ ਬੇਰੁਜ਼ਗਾਰਾਂ ਦਾ ਜਿਹੜਾ ਹੈਗਾ ਉਹ ਕੋਈ ਫਿਕਰ ਨਹੀਂ ਗਾ। ਅੱਛਾ, ਇੱਕ ਗੱਲ ਇਹ ਵੀ ਆ ਰਹੀ ਹੈ ਸੁਣਨ ਦੇ ਵਿੱਚ ਕਿ ਜਿਹੜੇ ਦੀਪ ਸਿੱਧੂ ਨੇ ਉਹ ਕਹਿੰਦੇ ਨੇ ਕਿ ਕਿਸਾਨ ਜਥੇਬੰਦੀਆਂ ਸਮਝ ਹੀ ਨਹੀਂ ਰਹੀਆਂ ਕਿ ਸਾਨੂੰ ਥੋੜ੍ਹਾ ਜਿਹਾ ਆਪਣਾ ਏਰੀਆ ਜਿਹੜਾ ਹੋਲਿਸਟਿਕ ਅਪਰੋਚ ਕਰਨੀ ਚਾਹੀਦੀ ਹੈ, ਵੱਡੇ ਪੱਧਰ ਤੇ ਸੋਚਣਾ ਚਾਹੀਦਾ। ਖੁਦ ਗੱਲ ਕਰ ਰਹੇ ਨੇ, ਤੁਸੀਂ ਕੀ ਸੋਚਦੇ ਆ? ਤੁਹਾਡਾ ਕੀ ਮੰਨਣਾ ਉਹਨਾਂ ਦੇ ਬਾਰੇ ਕਿ ਜਿਹੜੇ ਉਹ ਲੈ ਕੇ ਚੱਲ ਰਹੇ ਹੁਣ ਇੱਕ ਵੱਡਾ ਮੁੱਦਾ ਲੈ ਕੇ ਚੱਲ ਰਹੇ ਨੇ ਕਿ ਇਹਦੇ ਵਿੱਚ ਸਫਲਤਾ ਹਾਸਲ ਹੋ ਜੂਗੀ, ਕਿ ਸਾਨੂੰ ਉਹਨਾਂ ਦੇ ਮੁਤਾਬਕ ਚੱਲਣਾ ਚਾਹੀਦਾ ਜਾਂ ਜਿਹੜਾ ਹਲੇ ਸਟੈਪ ਬਾਏ ਸਟੈਪ ਚੱਲਣਾ ਚਾਹੀਦਾ? ਛੋਟੀਆਂ ਅਸੀਂ ਜਿਹੜੀ ਸਾਡੇ ਹੱਕ ਨੇ ਪਹਿਲਾਂ ਉਹ ਅਸੀਂ ਮਨਵਾ ਲਈਏ ਸਰਕਾਰ ਤੋਂ, ਫਿਰ ਵੱਡੇ ਦੀ ਸੋਚਾਂਗੇ। ਦੇਖੋ, ਵੱਡਾ ਮੁੱਦਾ ਉਹ ਕੀ ਲੈ ਕੇ ਚੱਲ ਰਿਹਾ
ਪਿਛਲੇ ਸਾਲ ਉਹ ਭਾਜਪਾ ਦਾ ਪ੍ਰਚਾਰ ਕਰਦਾ ਰਿਹਾ, ਸੰਨੀ ਦਿਓਲ ਦਾ, ਅੰਮ੍ਰਿਤਸਰ ਦੇ ਗੁਰਦਾਸਪੁਰ ਦੇ ਵਿੱਚ। ਜੇ ਉਸ ਬੰਦੇ ਨੂੰ ਉਹਦੀ 40 ਸਾਲ 42 ਸਾਲ ਉਮਰ ਹੋ ਗਈ, ਉਹਨੂੰ 40 42 ਸਾਲ ਦੀ ਉਮਰ ਤੱਕ ਪੰਜਾਬ ਦੇ ਮੁੱਦੇ ਨਹੀਂ ਸਮਝ ਆਏਗੇ। ਜਿੱਦਣ ਇਹ ਕਿਸਾਨ ਅੰਦੋਲਨ ਖੜਾ ਹੋ ਗਿਆ ਤਾਂ ਉਹਨੂੰ 15 ਸਤੰਬਰ ਤੋਂ ਬਾਅਦ ਹੀ ਜਿਹੜੇ ਪੰਜਾਬ ਦੇ ਮੁੱਦੇ ਸਮਝ ਆਉਣੇ ਸੀਗੇ। ਅਸਲ ਦੇ ਵਿੱਚ ਕੀ ਆ ਕਿ ਉਹ ਇਸ ਸੰਘਰਸ਼ ਨੂੰ ਤਾਰ-ਪੀਡੋ ਕਰਨ ਲੱਗਾ ਹੋਇਆ। ਉਹ ਲਗਾਤਾਰ ਇਹ ਪ੍ਰਚਾਰ ਕਰ ਰਿਹਾ ਕਿ ਐਮਐਸਪੀ ਦੀ ਲੜਾਈ ਲੜ ਰਿਹਾ। ਉਸ ਬੰਦੇ ਨੂੰ ਕਾਨੂੰਨ ਪੜ੍ਹਨ, ਉਹ ਕੰਟਰੈਕਟ ਫਾਰਮਿੰਗ ਦਾ, ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਵਾਲਾ। ਇਹ ਲੜਾਈ ਐਮਐਸਪੀ ਦੀ ਨਹੀਂ, ਜ਼ਮੀਨਾਂ ਬਚਾਉਣ ਦੀ ਲੜਾਈ ਆ। ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ, ਔਰ ਜਿਹੜਾ ਕਾਰਪੋਰੇਟ ਸਾਡੀਆਂ ਜ਼ਮੀਨਾਂ ਖੋਹਣਾ ਚਾਹੁੰਦਾ, ਉਸ ਕਾਰਪੋਰੇਟਰ ਨੂੰ ਅਸੀਂ ਪੰਜਾਬ ਦੇ ਜਿਹੜਾ ਵੜਨ ਨਹੀਂ ਦੇਵਾਂਗੇ। ਜਿਹੜਾ ਤੀਜਾ ਕਾਨੂੰਨ ਹੈਗਾ ਕਿ ਜਿਹੜੀ ਪੂਰੀ ਖੁਰਾਕ ਹੈਗੀ ਉਹ ਕਾਰਪੋਰੇਟ ਦੇ ਹਵਾਲੇ ਕੀਤੀ ਜਾ ਰਹੀ ਹੈ, ਜਿਹਦੇ ਨਾਲ ਭੁੱਖਮਰੀ ਤੇ ਗਰੀਬੀ ਜਿਹੜੀ ਆ ਹੋਰ ਵਧਣੀ ਆ। ਇਸ ਕਰਕੇ ਇਹ ਲੜਾਈ ਐਮਐਸਪੀ ਦੀ ਇਕੱਲੇ ਦੀ ਨਹੀਂ, ਜ਼ਮੀਨਾਂ ਬਚਾਉਣ ਦੀ ਆ ਤੇ ਲੋਕਾਂ ਦੀ ਰੋਜੀ ਰੋਟੀ ਬਚਾਉਣ ਦੀ ਵੀ ਹੈਗੀ ਆ। ਇਸ ਕਰਕੇ ਦੀਪ ਸਿੱਧੂ ਵਰਗੇ ਬੰਦੇ ਨੂੰ ਜਿਹੜੇ ਹੈਗੇ ਆ ਉਹ ਕਾਨੂੰਨ ਪੜ੍ਹਨੇ ਚਾਹੀਦੇ ਆ। ਉਹ ਸ਼ੰਭੂ ਬਾਰਡਰ ਤੇ ਬੈਠੇ ਆ 40 ਬੰਦੇ ਲੈ ਕੇ ਪਹਾੜੇ ਦੇ ਸਰਕਾਰ ਦੇ, ਉਹਨਾਂ ਨੂੰ ਕੌਣ ਪੁੱਛਦਾ? 4 ਜੂਨ ਤੋਂ ਅਸੀਂ ਲੱਗੇ ਹੋਏ ਆ, ਜਦੋਂ ਆਰਡੀਨੈਂਸ ਆਏ ਆ 6600 ਕਾਰਕੁਨਾਂ ਦੇ ਸਾਡਿਆਂ ਤੇ ਲੋਕਡਾਊਨ ਤੋੜਨ ਦੇ 44 ਤੋਂ ਲੋਕਡਾਊਨ ਸੀ, ਉਦੋਂ ਦੀਪ ਸਿੱਧੂ ਸੀਗੇ। ਇਹ ਬੰਦੇ ਡਰਦੇ ਮਾਰੇ ਮੋਕ ਮਾਰਦੇ ਘਰਾਂ ਤੋਂ ਬਾਹਰ ਨਿਕਲੇ। ਅੱਜ ਜਦੋਂ ਅੰਦੋਲਨ ਖੜਾ ਹੋ ਗਿਆ ਤਾਂ ਇਹ ਬੰਦੇ ਤਾਰ-ਪੀਡੋ ਕਰ ਰਹੇ ਹੈਗੇ ਆ। ਜਿਵੇਂ ਕਹਿੰਦੇ ਕਿ ਭਰੇ ਮੇਲੇ 'ਚ ਹਰ ਕੋਈ ਰੇਹੜੀ ਲਾਉਣਾ ਚਾਹੁੰਦਾ, ਇਹ ਭਰੇ ਮੇਲੇ 'ਚ ਰੇਹੜੀ ਲਾਉਣ ਵਾਲੇ ਬੰਦੇ ਹੈਗੇ ਆ। ਇਹ ਥੋੜੇ ਦਿਨਾਂ ਤੱਕ ਇੱਥੋਂ ਜਿਹੜੇ ਹੈਗੇ ਲੱਭਣੇ ਨਹੀਂ ਹੈਗੇ। ਇਹਨਾਂ ਨੇ ਇੱਥੋਂ ਮੋਰਚੇ, ਜਿਹਨੂੰ ਮੋਰਚਾ ਕਹਿੰਦਾ ਹੈਗਾ, ਅੱਜ ਅਸੀਂ ਪੱਕੇ ਤੌਰ ਤੇ ਰੇਲਾਂ ਜਾਮ ਕੀਤੀਆਂ ਹੋਈਆਂ। ਪੰਜਾਬ 'ਚ ਰਿਲਾਇੰਸ ਦੇ ਪੈਟਰੋਲ ਪੰਪ ਬੰਦ ਕੀਤੇ ਹੋਏ, ਸ਼ਾਪਿੰਗ ਮਾਲ ਬੰਦ ਕੀਤੇ ਹੋਏ ਆ। ਕੁਸਕਣ ਨਹੀਂ ਦਿੱਤਾ ਕਿਸੇ ਨੂੰ। 31 ਕਿਸਾਨ ਜਥੇਬੰਦੀਆਂ ਨੇ ਇਹਨੇ 2 ਘੰਟੇ ਦੀ ਉੱਥੇ ਜਿਹੜੀ ਸੀਗੀ ਸੜਕੀ ਆਵਾਜਾਈ ਜਾਮ ਕੀਤੀ। 4 ਪੁਲਿਸ ਵਾਲੇ ਆਏ ਤੇ ਉਹਨੇ ਆਵਾਜਾਈ ਖੋਲਤੀ। ਇੰਨਾ ਕੁ ਤਾਂ ਇਹ ਡਰਪੋਕ। ਉਹ ਕਹਿੰਦੇ ਉਹਨਾਂ ਦਾ ਇਹ ਤਰਕ ਹੈ, ਉਹ ਕਹਿੰਦੇ ਕਿ ਮੋਲਾਂ ਨੂੰ ਬੰਦ ਕਰਨ ਨਾਲ ਜਾਂ ਰੇਲਾਂ ਰੋਕਣ ਨਾਲ ਸਾਨੂੰ ਕੋਈ ਹਾਸਲ ਨਹੀਂ ਹੋਣਾ। ਤੁਹਾਡਾ ਕੀ ਮੰਨਣਾ ਕਿ ਕੀ ਹਾਸਲ ਹੋਊਗਾ, ਕਿ ਹੋ ਸਕਦਾ ਕੁਝ ਹਾਸਲ, ਜਾਂ ਕੀ ਟੀਚਾ ਹੈਗਾ ਤੁਹਾਡਾ ਇਸ ਦੇ ਪਿੱਛੇ? ਉਹਨੂੰ ਕਹੇ ਜੇ ਸ਼ੰਭੂ ਤੂੰ 70 ਬੰਦੇ ਲੈ ਕੇ ਬੈਠਾ, ਉਹਦੇ ਨਾਲ ਕੀ ਹੱਲ ਹੋ ਜਾਊਗਾ? ਸ਼ੰਭੂ 70 ਬੰਦੇ ਲੈ ਕੇ ਦੀਪ ਸਿੱਧੂ ਬੈਠਾ, ਉਹਦੇ ਨਾਲ ਕੀ ਹੱਲ ਹੋ ਜਾਊਗਾ? ਉਹਦੇ 70 ਬੰਦੇ ਨਾਲ ਕੀ ਹੱਲ ਹੋ ਜਾਊਗਾ? ਇਹ ਸਵਾਲ ਉਹਨੂੰ ਕਰਨਾ ਬਣਦਾ। ਅੱਛਾ, ਮੈਨੂੰ ਇਹ ਦੱਸੋ ਕਿ ਹੁਣ ਤੁਸੀਂ ਗੱਲ ਕੀਤੀ ਸੀ ਕਿ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੇ ਸਰਕਾਰ ਤੁਹਾਨੂੰ ਇਹ ਕਹੇ ਕਿ ਅਸੀਂ ਐਮਐਸਪੀ ਦੇ ਉੱਤੇ ਇੱਕ ਅਲੱਗ ਕਾਨੂੰਨ ਬਣਾ ਦਿੰਦੇ ਹਾਂ ਕਿ ਜਿਹੜਾ ਕੋਈ ਐਮਐਸਪੀ ਤੋਂ ਘੱਟ ਖਰੀਦੂਗਾ ਤਾਂ ਉਹਦੇ ਇੱਕ ਅਪਰਾਧ ਘੋਸ਼ਿਤ ਕੀਤਾ ਜਾਊਗਾ ਉਸ ਨੂੰ, ਤਾਂ ਜਿਹੜੇ ਕਿਸਾਨ ਨੇ ਜਥੇਬੰਦੀਆਂ ਤਾਂ ਉਹ ਮੰਨਦੀਆਂ ਕਿ ਫਿਰ ਮੰਗ ਪੂਰੀ ਹੋ ਜੂਗੀ ਸਾਡੀ, ਜਾਂ ਤੁਸੀਂ ਕੁਝ ਹੋਰ ਮੰਗੇ? ਕਾਰਪੋਰੇਟ ਨੂੰ ਜ਼ਮੀਨਾਂ 'ਚ ਨਹੀਂ ਵੜਨ ਦੇਣਾ। ਉਹ ਜਿਹੜਾ ਕੰਟਰੈਕਟ ਫਾਰਮਿੰਗ ਵਾਲਾ ਕਾਨੂੰਨ ਆ ਉਹ ਰੱਦ ਕੀਤਾ ਜਾਵੇ। ਜਿਹੜੀਆਂ ਜ਼ਰੂਰੀ ਵਸਤਾਂ ਵਾਲੇ ਕਾਨੂੰਨ 'ਚ ਸੋਧ ਕੀਤੀ ਆ ਕਿ ਸਾਰੀ ਖੁਰਾਕ ਕਾਰਪੋਰੇਟ ਨੂੰ ਦੇਣੀ ਆ, ਉਹ ਰੱਦ ਕੀਤਾ ਜਾਵੇ। ਔਰ ਜਿਹੜਾ ਐਮਐਸਪੀ ਆ ਇਹਨੂੰ ਲੀਗਲ ਰਾਈਟ ਬਣਾਇਆ ਜਾਵੇ। ਔਰ ਜਿਹੜੀਆਂ ਪੰਜਾਬ 'ਚ ਜਿੰਨੀਆਂ ਫਸਲਾਂ ਦਾ ਉਹ ਜਿਹੜਾ ਰੇਟ ਲਾਉਂਦੇ ਆ, ਕੱਲਾ ਦਾਣਾ ਖਰੀਦਣ ਦੀ ਸਰਕਾਰ ਵੱਲੋਂ ਗਰੰਟੀ ਜਿਹੜੀ ਆ ਹੋਣੀ ਚਾਹੀਦੀ ਆ। ਇਹ 3 ਬਿੱਲਾਂ ਨੂੰ ਰੱਦ ਕਰਨ ਵਾਸਤੇ ਲੜਾਈ ਆ। ਇਹ ਮੈਂ ਇਸ ਕਰਕੇ ਤੁਹਾਨੂੰ ਪੁੱਛਿਆ ਕਿਉਂਕਿ ਤੁਸੀਂ ਕਹਿ ਰਹੇ ਸੀ ਕਿ ਤੁਹਾਨੂੰ ਖੁਦ ਪੜ੍ਹਨਾ ਚਾਹੀਦਾ, ਕਿਉਂਕਿ ਸਾਡਾ ਕੰਮ ਇਹੀ ਹੈ ਕਿ ਅਸੀਂ ਜਨਤਾ ਨੂੰ ਵਿਖਾਈਏ ਕਿ ਉਹਨਾਂ ਨੂੰ ਪੜ੍ਹਨ ਦੀ ਲੋੜ ਨਾ ਪਵੇ। ਅਸੀਂ ਇਸ ਵਾਸਤੇ ਹੀ ਤੁਹਾਡੇ ਕੋਲ ਆਏ ਹਾਂ ਕਿ ਉਹਨਾਂ ਨੂੰ ਫਟਾਫਟ ਥੋੜ੍ਹੇ ਸਮੇਂ ਦੇ ਵਿੱਚ ਸਾਰਾ ਕੁਝ ਸਮਝ ਆ ਜਾਵੇ। ਸੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਦੇ ਲਈ। ਔਰ ਇਹ ਸਨ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਨਿਰਭੈ ਸਿੰਘ। ਇਹਨਾਂ ਦੀ ਜਿਹੜੀ ਮੰਗ ਹੈਗੀ ਆ ਉਹ ਇਹ ਨਹੀਂ ਹੈ ਕਿ ਸਾਨੂੰ ਕੋਈ ਕਾਨੂੰਨ ਬਣਾ ਦੇਵੇ ਐਮਐਸਪੀ ਦੇ ਉੱਤੇ। 3 ਕਾਨੂੰਨਾਂ ਨੂੰ ਲੈ ਕੇ ਨੇ ਕਿ ਤਿੰਨੋਂ ਦੇ ਤਿੰਨੋਂ ਉਹਨਾਂ ਦੇ ਵਿੱਚ ਕਿਸਾਨ ਦਾ ਸਪਸ਼ਟੀਕਰਨ ਇੱਕ ਟ੍ਰਾਂਸਪੇਰੈਂਟ ਹੈ ਤੇ ਹੁਣ ਵੇਖਣਾ ਇਹ ਹੋਵੇਗਾ ਕਿ ਸਰਕਾਰ ਇਹਨਾਂ ਦੀਆਂ ਮੰਗਾਂ, ਇਹਨਾਂ ਦੇ ਹੱਕ ਇਹਨਾਂ ਤੱਕ ਦਿੰਦੀ ਆ। ਦੋਸਤੋ, ਇਸ ਵਕਤ ਮੇਰੇ ਨਾਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਹਰਭਜਨ ਸਿੰਘ ਜੀ ਬੁੱਟਰ ਮੌਜੂਦ ਨੇ। ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਰ, ਅੱਜ ਜਿਹੜੀ ਮੀਟਿੰਗ ਹੋਈ ਹੈ ਕਿਸਾਨ ਜਥੇਬੰਦੀਆਂ ਦੀ 31, ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਸ਼ਮੂਲੀਅਤ ਕਿਹਨਾਂ ਨੇ ਕੀਤੀ ਹੈ? ਕਿਉਂਕਿ ਸੁਣਨ 'ਚ ਇਹ ਆਇਆ ਕਿ ਇੱਕ ਜਿਹੜੀ ਤੁਹਾਡੀ ਜਥੇਬੰਦੀ ਸੀ ਲੱਖੋਵਾਲ, ਉਹਨਾਂ ਨੂੰ ਤੁਸੀਂ ਬਰਖਾਸਤ ਕਰਤਾ, ਇੱਦਾਂ ਕੁਝ ਕਰਤਾ, ਤੇ ਇਹਦੇ ਵਿੱਚ ਪਹਿਲਾਂ ਤਾਂ ਇਹ ਦੱਸੋ ਵੀ ਉਹ ਸ਼ਮੂਲੀਅਤ ਕੀਤੀ ਹੈ ਉਹਨਾਂ ਨੇ ਜਾਂ ਨਹੀਂ ਕੀਤੀ? ਨਹੀਂ ਜੀ, ਉਹਨਾਂ ਬਾਰੇ ਫੈਸਲਾ ਆ ਗਿਆ, ਉਦੋਂ ਤੱਕ ਸਸਪੈਂਡ ਨੇ, ਕਿਉਂਕਿ ਉਹ ਬਿਨਾਂ ਜਥੇਬੰਦੀਆਂ ਨਾਲ ਸਲਾਹ ਕੀਤਿਆਂ ਤੋਂ ਗਏ, ਸੁਪਰੀਮ ਕੋਰਟ 'ਚ ਗਏ ਆ ਵੀ ਜਿੰਨਾ ਚਿਰ ਤੱਕ ਬਕਾਇਦਾ ਜਿਹੜਾ ਉੱਥੋਂ ਆਪਣਾ ਉਹ ਵਾਪਸ ਨਹੀਂ ਲੈਂਦੇ ਤੇ ਕੋਈ ਲੈ ਕੇ ਨਹੀਂ ਆਉਂਦੇ, ਉਹਨਾਂ ਚਿਰ ਤੱਕ ਉਹਨਾਂ ਨੂੰ ਨਹੀਂ ਸ਼ਾਮਲ ਕੀਤਾ ਜਾਊਗਾ। ਠੀਕ ਹੈ। ਤੇ ਅੱਜ ਦੀ ਜਿਹੜੀ ਮੀਟਿੰਗ ਹੋਈ ਆ ਇਹਦੇ ਵਿੱਚ ਕਿਹੜੇ ਮੁੱਦੇ ਵਿਚਾਰੇ ਗਏ? ਥੋੜ੍ਹਾ ਜਿਹਾ ਸ਼ਾਰਟ ਦੇ ਵਿੱਚ ਤੁਸੀਂ ਦੱਸੋ। ਮੁੱਦੇ ਦੇ ਜੀ ਜਿਹੜੇ ਮਸਲੇ ਉਹ ਤਾਂ ਉਹੀ ਹੈ ਜੀ। ਪਹਿਲੇ 3 ਜਿਹੜੇ ਆਰਡੀਨੈਂਸ ਨਹੀਂ ਹੁਣ ਤਾਂ ਲਾਅ ਬਣ ਗਏ, ਉਹ 3 ਲਾਅ ਜਿਹੜੇ ਆ ਉਹਦੇ ਖਿਲਾਫ ਉਹਨਾਂ ਨੂੰ ਵਾਪਸ ਲੈਣ ਦੀ ਲੜਾਈ ਹੈ। ਅਗਲਾ ਸੀਗਾ ਸਾਨੂੰ ਸੈਂਟਰਲ ਨੂੰ ਇੱਕ ਚਿੱਠੀ ਆਈ ਸੀਗੀ ਜਿਹੜੀ ਖੇਤੀਬਾੜੀ ਐਗਰੀਕਲਚਰ ਦਾ ਸੈਕਟਰੀ ਹੈ, ਬਈ ਇਹ ਜਿਹੜੇ ਬਿੱਲ ਬਾਰੇ ਤੁਸੀਂ ਸਾਡੇ ਨਾਲ ਆਣ ਕੇ ਗੱਲਬਾਤ ਕਰੋ ਤੇ ਅਸੀਂ ਤੁਹਾਨੂੰ ਸਮਝਾਵਾਂਗੇ ਵੀ ਕਿਵੇਂ ਚੰਗੇ ਆ। ਇਹ ਅਸੀਂ ਸਮਝੇ ਇੱਕ ਤਰ੍ਹਾਂ ਸਾਡੀ ਜਥੇਬੰਦੀਆਂ ਦੀ ਮਿਨੀਮਾਈਜ਼ ਕਰਨ ਵਾਲੀ ਗੱਲ ਹੈ ਤੇ ਤੋਹੀਨ ਕਰਨ ਵਾਲੀ, ਤੋਹੀਨ ਵੀ ਅਸੀਂ ਸਮਝੀ ਹੈ। ਇਹ ਸੈਕਟਰੀ ਤੋਂ ਆਈ ਸੀਗੀ ਜਿਹਨੂੰ ਕੋਈ ਅਫਸਰ ਸਾਹਿਬ ਨੂੰ ਕੋਈ ਅਥਾਰਟੀ ਨਹੀਂ, ਜੇ ਕੋਈ ਲਾਅ ਬਣਦਾ ਉਹ ਥੋੜ੍ਹਾ ਵਾਪਸ ਲਊ ਤੇ ਲਾਗੂ ਕਰਨ ਵਾਲੇ ਨੇ। ਦੂਜੀ ਗੱਲ ਉਹ ਐਂ ਪੇਸ਼ ਕਰ ਰਿਹਾ ਵੀ ਜਿਵੇਂ ਤੁਸੀਂ ਗਲਤ 3 ਮਹੀਨਿਆਂ ਤੋਂ ਲੜ ਰਹੇ ਆ, ਅਸੀਂ ਤੁਹਾਨੂੰ ਸਮਝਾਉਂਦੇ ਹਾਂ ਵੀ ਇਹ ਆਰਡੀਨੈਂਸ ਕਿਵੇਂ ਠੀਕ ਨੇ ਜਾਂ ਇਹ ਲਾਅ ਕਿਵੇਂ ਠੀਕ ਨੇ। ਇਸ ਕਰਕੇ ਅਸੀਂ ਮੂਲੋਂ ਨੂੰ ਰੱਦ ਕਰਦੇ ਹਾਂ
ਵੀ ਜਿੰਨ ਤੁਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿਹੜੀ ਉਹ ਚਿੱਠੀ ਆਈ ਸੀਗੀ ਉਹ ਤੁਹਾਡੇ ਨਾਲ ਗੱਲਬਾਤ ਕਰਨ ਵਾਸਤੇ ਨਹੀਂ ਸੀ, ਬਲਕਿ ਤੁਹਾਨੂੰ ਇੱਕ ਤਰ੍ਹਾਂ ਸਮਝਾਉਣ ਵਾਸਤੇ ਸੀ। ਹਾਂ, ਉਹ ਬਿਲਕੁਲ ਸਾਨੂੰ ਉਹਦੀ ਇਹੋ ਹੀ ਭਾਸ਼ਾ ਸੀਗੀ, ਇਹੋ ਉਹਦੀ ਫੀਲਿੰਗ ਸੀ। ਦੂਜੀ ਉਹ ਠੀਕ ਢੰਗ ਨਾਲ ਨਹੀਂ ਕੀਤੀ। ਕੋਈ 4-5 ਜਥੇਬੰਦੀਆਂ ਨੂੰ ਉਹਨਾਂ ਦੇ ਬਾਈ ਨੇਮ ਪਾ ਤੇ ਪ੍ਰਧਾਨਾਂ ਦੇ ਨਾਂ ਪਾ ਦਿੱਤੀ, ਜਦੋਂ ਕੋਈ 31 ਜਥੇਬੰਦੀਆਂ ਦੇ ਨਾਂ ਤੇ ਪਾਉਣੀ ਚਾਹੀਦੀ ਜਾਂ 31 ਜਥੇਬੰਦੀਆਂ ਨੂੰ ਭੇਜਣੀ ਚਾਹੀਦੀ ਸੀਗੀ। ਤੇ ਸਰਦਾਰ ਸਾਹਿਬ, ਅੱਜ ਦੀ ਜਿਹੜੀ ਹੁਣ ਮੀਟਿੰਗ ਹੋਈ ਹੈ ਇਹਦੇ ਵਿੱਚ ਅੱਗੇ ਦਾ ਰੋਡ ਮੈਪ ਕੀ ਤਿਆਰ ਕੀਤਾ ਗਿਆ ਕਿ ਜਿਹੜੀ ਕਾਨੂੰਨੀ ਲੜਾਈ ਲੜਨੀ ਆ, ਜਾਂ ਹੋਰ ਇਹ ਵੀ ਕਿਹਾ ਜਾ ਰਿਹਾ ਸੀ ਜੇ ਪੰਚਾਇਤਾਂ ਗ੍ਰਾਮ ਪੰਚਾਇਤਾਂ ਮਤੇ ਪਾਸ ਕਰ ਦੇਣ ਫਿਰ ਵੀ ਸਾਡੇ ਕੋਲ ਕੋਈ ਆਧਾਰ ਹੋ ਜਾਊਗਾ, ਤਾਂ ਇਸ ਵਕਤ ਤੁਸੀਂ ਕਿੱਦਾਂ ਵੇਖ ਰਹੇ ਹੋ ਵੀ ਕਿਸ ਤਰੀਕੇ ਦੇ ਨਾਲ ਕਿਹੜੇ ਹਥਿਆਰਾਂ ਦੇ ਨਾਲ ਅਸੀਂ ਸੈਂਟਰ ਦੇ ਉੱਤੇ ਹਮਲਾ ਕਰ ਸਕਦੇ ਹਾਂ ਜਾਂ ਉਸ ਨੂੰ ਮਜਬੂਰ ਕਰ ਸਕਦੇ ਹਾਂ ਕਿ ਸਾਡੀ ਗੱਲ ਮੰਨੀ ਜਾਵੇ? ਦੇਖੋ, ਪਹਿਲੇ ਅਸੀਂ ਕਈ ਚੈਨਲ ਇਹ ਲੜਾਈ ਦੇ ਖੋਲ੍ਹੇ ਹੋਏ ਆ, ਟਰੈਕ ਤੇ ਬੈਠੇ ਹੋਏ ਸਾਡੇ ਕਿਸਾਨ, ਉਹਦੇ ਵਾਸਤੇ ਅਸੀਂ ਹੁਣ 15 ਤਰੀਕ ਨੂੰ ਮੀਟਿੰਗ ਫਿਰ ਕਰਾਂਗੇ ਇੱਥੇ, ਉਦੋਂ ਤੱਕ ਸਾਡਾ ਉਹ ਚੱਲੂਗਾ ਹੀ। ਬਾਕੀ ਟੋਲ ਪਲਾਜ਼ੇ ਆ, ਜਿੰਨੇ ਰਿਲਾਇੰਸ ਦੇ ਪੰਪ ਨੇ ਜਾਂ ਮੌਲ ਨੇ ਵੱਡੇ, ਉਹਨਾਂ ਦੇ ਖਿਲਾਫ ਅਸੀਂ ਜਿਹੜੀ ਆ ਟੰਗ ਜਾਮ ਜਿਹੜੇ ਆ ਉਹ ਲਾ ਰਹੇ ਹਾਂ, ਅਤੇ ਇਹਨੂੰ ਹੋਰ ਵਧਾਉਣ ਦਾ ਸਾਡਾ ਦੁਬਾਰਾ ਰੱਦਾ। ਇੱਕ ਅਸੀਂ ਪਰਸੋਂ 2 ਘੰਟਿਆਂ ਵਾਸਤੇ 12 ਤੋਂ 2 ਹਾਥਰਸ ਜਿਹੜੀ ਘਟਨਾ ਹੋਈ ਆ ਉੱਤਰ ਪ੍ਰਦੇਸ਼ 'ਚ, ਉਹ ਦਲਿਤ ਲੜਕੀ ਨਾਲ ਜਿਹੜਾ ਬਲਾਤਕਾਰ ਕੀਤਾ, ਉਦੋਂ ਬਾਅਦ ਉਹਦੀ ਜੀਭ ਕੱਟੀ ਗਈ, ਉਹਦੀ ਬੁਰੀ ਤਰ੍ਹਾਂ ਜਿਹਦੀ ਮੌਤ ਹੋ ਗਈ ਬਾਅਦ ਵਿੱਚ। ਸੰਸਕਾਰ ਵੀ ਜ਼ਬਰਦਸਤੀ ਕਰਤਾ ਉਹਦਾ, ਉਸ ਤੋਂ ਬਾਅਦ ਸੰਸਕਾਰ ਵੀ ਬਹੁਤ ਨਿਖੇਧੀਯੋਗ। ਦੂਸਰੀ ਗੱਲ ਹੈ ਵੀ ਜਿਹੜੇ ਉੱਥੇ ਦੇ ਚੌਧਰੀ ਨੇ ਜਾਂ ਉੱਚ ਜਾਤੀਆਂ ਵਾਲੇ, ਉਹਨਾਂ ਨੂੰ ਮੀਟਿੰਗ ਕਰਨ ਦਿੱਤੀ ਇਹਨਾਂ ਦੇ ਖਿਲਾਫ। ਪੁਲਿਸ ਲਗਾਤਾਰ ਰੋਲ ਬਹੁਤ ਮਾੜਾ ਸੀ ਉਹਨਾਂ ਦੇ, ਬਈ ਇਹ ਤਾਂ ਜਿਹੜੇ ਪੱਤਰਕਾਰ ਆਉਂਦੇ ਦੂਜੇ ਇਹ ਤਾਂ ਵਾਪਸ ਚਲੇ ਜਾਣਗੇ, ਅਸੀਂ ਇੱਥੇ ਰਹਿਣਾ ਜਾਂ ਇਹਨਾਂ ਨੇ ਇੱਥੇ ਚੌਧਰੀਆਂ ਰਹਿਣਾ। ਸੋ ਉਹ ਜੋ ਉਹਦੀ ਨਿਖੇਧੀ ਕਰਦੇ ਹਾਂ। 2 ਘੰਟੇ ਅਸੀਂ ਪੂਰਾ ਪੰਜਾਬ ਜਿਹੜਾ ਜਾਮ ਕਰਾਂਗੇ। ਨਾਲ ਜੋ ਹਰਿਆਣਾ ਜਿਨ੍ਹਾਂ ਨੇ ਕੱਲ੍ਹ ਵਿਛਾੜਾਂ ਮਾਰੀਆਂ ਨੇ ਤੇ ਲਾਠੀਚਾਰਜ ਕੀਤਾ, ਉਹਦੇ ਰੋਸ ਵਜੋਂ 2 ਘੰਟੇ ਅਸੀਂ ਚੱਕਾ ਜਾਮ ਵੀ ਕਰਾਂਗੇ। ਇਹ ਤਾਂ ਤੁਸੀਂ ਦੱਸਤਾ ਕਿ ਇਹ ਰੋਸ ਪ੍ਰਦਰਸ਼ਨ ਹੋ ਗਏ, ਧਰਨੇ ਹੋ ਗਏ, ਰੇਲਾਂ ਰੋਕਣੀਆਂ, ਮੋਲ ਜਾਮ ਕਰਨੇ, ਹੈ ਨਾ ਜੀ, ਟੋਲ ਪਲਾਜ਼ੇ ਜਾਮ ਕਰਨੇ, ਇਹ ਤਾਂ ਹੋ ਗਿਆ ਜੀ। ਤੇ ਇਹ ਤਾਂ ਚਲੋ ਇੱਕ ਤਰੀਕੇ ਹੋ ਗਏ ਵੀ ਕਿਸ ਤਰੀਕੇ ਨਾਲ ਅਸੀਂ ਦਬਾਅ ਬਣਾ ਸਕਦੇ ਹਾਂ ਸੈਂਟਰ ਦੇ ਉੱਤੇ। ਵੈਸੇ ਜੇ ਮੈਂ ਗੱਲ ਕਰਾਂ ਵੀ ਜਿੱਦਾਂ ਦੀਪ ਸਿੱਧੂ ਦੀ ਵੀ, ਉਹ ਵੀ ਨਾਲ ਜੁੜੇ ਸੀਗੇ ਪਹਿਲਾਂ ਤੁਹਾਡੇ, ਤੇ ਜਿਹੜੇ ਸਿੰਗਰ ਸੀਗੇ, ਅਦਾਕਾਰ ਸੀਗੇ, ਹੋਰ ਬਾਕੀ ਗਾਇਕ ਵਗੈਰਾ ਵੀ ਜੁੜੇ ਆ। ਉਹ ਇਹ ਕਹਿੰਦੇ ਆ ਕਿ ਕਿਸਾਨ ਜਥੇਬੰਦੀਆਂ ਦੇ ਵਿੱਚ ਚੌਧਰ ਬਹੁਤ ਹੈਗੀ ਆ, ਵੀ ਜਥੇਬੰਦੀਆਂ ਆਪਣੀ ਚੌਧਰ ਨਹੀਂ ਛੱਡਣਾ ਚਾਹੁੰਦੀਆਂ। ਕੀ ਲੱਗਦਾ ਤੁਹਾਨੂੰ ਵੀ ਇਹ ਚੌਧਰ ਹੈਗੀ ਆ, ਜਾਂ ਉਹ ਨਹੀਂ ਸਮਝ ਪਾ ਰਹੇ ਤੁਹਾਨੂੰ, ਜਾਂ ਤੁਸੀਂ ਨਹੀਂ ਸਮਝ ਪਾ ਰਹੇ ਉਹਨਾਂ ਨੂੰ? ਦੇਖੋ, ਇੱਕ ਤਾਂ ਜਿਹੜੇ ਕਲਾਕਾਰ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਹਾਂ, ਠੀਕ ਆ, ਸਾਡੀ ਸਪੋਰਟ 'ਤੇ ਆ, ਪਰ ਜੋ ਲੜਾਈ ਕਿਸਾਨ ਯੂਨੀਅਨ ਨਾਲ ਲੜ ਰਹੀਆਂ ਨੇ ਜਾਂ ਜਿਹੜਾ ਲੈਵਲ ਆ, ਇਹ ਤਾਂ ਕੱਲ੍ਹ ਦੇ ਗਾਉਂਦੇ ਆਏ ਆ। ਇਹਨਾਂ ਦੀ ਕੀ ਦੇਣ ਆ ਸਮਾਜ ਨੂੰ ਏਡੀ ਵੱਡੀ? ਕੱਲ੍ਹ ਤੱਕ ਤੇ ਲੋਕ ਜਿਹੜੇ ਆ, ਜੇ ਕਹੀਏ ਸਹੀ ਗੱਲ ਵੀ, ਕੱਲ੍ਹ ਤੱਕ ਤੇ ਬੰਦੂਕਾਂ ਵਾਲੇ ਗੀਤ ਇਹਨਾਂ 'ਚ ਬਹੁਤੇ ਬੋਲਦੇ ਸੀਗੇ। ਅੱਜ ਜੇ ਕੋਈ ਯੂਥ, ਅਸੀਂ ਸਮਝਦੇ ਜੇ ਸਾਡੇ ਇਹ ਸਪੋਰਟ ਕਰ ਰਿਹਾ ਇਹਨਾਂ ਲਾ ਦੇ ਖਿਲਾਫ ਸੈਂਟਰ ਜੋ ਆਰਡੀਨੈਂਸ ਨੇ ਰਾਹੀਂ ਪਾਸ ਕੀਤੇ ਆ, ਤੇ ਅਸੀਂ ਉਹਨੂੰ ਵੈਲਕਮ ਕਰਦੇ ਹਾਂ। ਅਸੀਂ ਆਪਣੀ ਜਥੇਬੰਦੀ ਦੇ ਬਰਾਬਰੀ ਨੂੰ ਥੋੜ੍ਹਾ ਜਾਂ ਮਤਲਬ ਬਰਾਬਰ ਦੀ ਕਮੇਟੀ ਬਣਾਉਣ ਨੂੰ ਉਹਨੂੰ ਹੀ ਰੱਦ ਕਰ ਦਿੱਤਾ। ਅਸੀਂ ਸਮਝਦੇ ਵੀ ਆਉਣ ਵਾਲੇ ਉਹਨਾਂ ਨਾਲ ਗੱਲਬਾਤ ਕਰਾਂਗੇ। ਸਾਡੇ ਇੱਥੇ ਆਏ ਅੱਜ ਸਾਡੇ ਆਗੂ ਗੱਲ ਕਰਨਗੇ, ਅਤੇ ਆਉਣ ਵਾਲੇ ਸਮੇਂ 'ਚ ਸਾਡੀ ਸਪੋਰਟ 'ਤੇ ਬੋਲਣ। ਉਹ ਹਰਗੇ ਜੀ ਜਿਹੜੀਆਂ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਉਹ ਜੋ ਮਰਜ਼ੀ ਕਹਿਣ, ਜਿਹੜੇ ਖਿਲਾਫ ਜੋ ਮਰਜ਼ੀ ਕਰਨਾ, ਪਰ ਅਸੀਂ ਉਹਨਾਂ ਨੂੰ ਆਪਣੇ ਬਰਾਬਰ ਨਹੀਂ ਸਮਝਦੇ। ਜਿਨ੍ਹਾਂ ਦੇ ਉੱਤੇ 10 20 ਕੇਸ ਚੱਲ ਰਹੇ ਆ, ਇਹ ਉਹਨਾਂ ਦੇ ਬਰਾਬਰ ਕਿਵੇਂ ਆ ਜਾਣਗੇ? ਕਈਆਂ 30 ਕੇਸ ਸਾਡੀ ਕਿਸਾਨ ਯੂਨੀਅਨ ਤੇ ਚੱਲਦੇ ਆ। ਇਸ ਕਰਕੇ ਜੋ ਸਾਡੀ ਅਸੀਂ ਲੋ ਵੀਟ ਵੀ ਲੜਾਈ ਆ, ਨਾ ਇਸ ਲੈਵਲ 'ਤੇ ਲੜਾਈ ਲੜ ਸਕਦੇ ਆ। ਅਸੀਂ ਸਮਝਦੇ ਨਹੀਂ ਲੜ ਸਕਦੇ, ਸਾਡਾ ਤਜਰਬਾ ਇਸ ਗੱਲ ਦਾ। ਜਿਨ੍ਹਾਂ ਨੇ ਕਹਿ ਲਓ ਵੀ ਲੋਕਾਂ ਵਿੱਚ ਥੋੜ੍ਹਾ ਕਹੋਗੇ ਲੱਖਾਂ ਲੈਣੇ ਆ, ਇੱਕ ਪਾਸੇ ਉਹ ਲੋਕ ਵੀ ਹਾਸ਼ੀਏ ਧੱਕੀ ਕਿਸਾਨੀ ਆ, ਸਾਡੀ ਅਸੀਂ ਗਵਾਹੀ ਉਹਨਾਂ ਦੀ ਕਰਦੇ ਹਾਂ ਅੱਜ ਦੇ ਵੀ ਸੰਕਟ 'ਚ ਫਸੀ ਆ। ਸੋ ਇਹ ਉਹਨਾਂ ਦੀ ਗੱਲ ਉਹ ਕਰ ਸਕਦੇ ਜੋ ਮਰਜ਼ੀ, ਜੇ ਸਪੋਰਟ 'ਤੇ ਆਉਂਦੇ ਆ ਵੈਲਕਮ ਆਉਣ, ਪਰ ਉਹ ਬਰਾਬਰ ਦਾ ਥੜਾ ਸਾਡੇ ਜੇ ਕਹਿਣ ਸਾਂਝੀ ਕਮੇਟੀ ਬਣ ਕੇ ਸਾਂਝੇ ਫੈਸਲੇ ਕਰਨ, ਉਹਨੂੰ ਅਸੀਂ ਰੱਦ ਕਰ ਦਿੱਤਾ ਅੱਜ। ਤੁਹਾਡੇ ਕਹਿਣ ਦਾ ਮਤਲਬ ਆ ਵੀ ਗੱਡੀ ਦੇ ਵਿੱਚ ਪੈਟਰੋਲ ਵੀ ਹੋਣਾ ਚਾਹੀਦਾ, ਪਰ ਪੈਟਰੋਲ ਦੇ ਨਾਲ ਪਾਣੀ ਵੀ ਹੋਣਾ ਚਾਹੀਦਾ ਰੇਡੀਏਟਰ ਦੇ ਵਿੱਚ। ਕੱਲਾ ਪੈਟਰੋਲ ਜੇ ਹੋ ਗਿਆ ਫਿਰ ਸੀਜ਼ ਮਾਰ ਜੂਗੀ, ਜ਼ਿਆਦਾ ਲੰਬਾ ਨਹੀਂ ਚੱਲਣਾ। ਹਾਂ, ਬਿਲਕੁਲ ਠੀਕ ਹੈ ਜੀ ਗੱਲ, ਕਿਉਂਕਿ ਸਾਡਾ ਆਪਣਾ ਤਜਰਬਾ ਅਸੀਂ ਸਮਝਦੇ ਹਾਂ ਵੀ ਇਸ ਜੇ ਲਹਿਰ ਨੂੰ ਅੱਜ ਹਿੰਦੁਸਤਾਨ ਪੱਧਰ ਦੀ ਪੰਜਾਬ ਵਾਲਿਆਂ ਨੇ ਬਣਾਈ ਹੈ, ਅਤੇ ਉਹ ਕਿਸਾਨੀ ਦਾ ਰੋਲ ਆ। ਜਿਹੜੀ ਉਹ ਗੱਲ ਕਰਦੇ ਵੀ ਇਹਨਾਂ ਤਜਰਬਾ ਨਹੀਂ, ਅਸੀਂ ਜੇ ਤਜਰਬਾ ਨਹੀਂ, ਅੱਜ ਸਾਰੀਆਂ ਕਿਸਾਨ ਜਥੇਬੰਦੀਆਂ ਜੇ ਇਕੱਠੀਆਂ ਕਿਥੜੇ 'ਤੇ ਕਿਉਂ? ਠੀਕ ਹੈ, ਕਿਸੇ ਟਾਈਮ ਇਹ ਹੈਗੀ ਸੀ ਗੱਲ, ਕਿਉਂਕਿ ਜੇ ਅੱਡ ਦਾ ਮਤਲਬ ਕਿਤੇ ਨਾ ਕਿਤੇ ਮਤਭੇਦ ਤਾਂ ਹੈਗੇ ਆ, ਨਹੀਂ ਸਾਡਾ ਕਿਹੜਾ ਦਿਲ ਨਹੀਂ ਕਰਦਾ। ਬਹੁਤ ਸਾਡੇ 'ਤੇ ਦੋਸ਼ ਲੱਗਦੇ ਇੱਦਾਂ ਦੇ। ਉਹ ਇਹ ਵੀ ਕਹਿੰਦੇ ਆ ਕਿ ਕਿਸਾਨ ਜਥੇਬੰਦੀਆਂ ਨੇ ਵੀ ਮੋਰਚੇ ਦਾ ਬਹੁਤ ਲਾਇਆ, ਵੀ ਹਾਸਲ ਕੀ ਹੋਇਆ ਅੱਜ ਤੱਕ? ਦੇਖੋ, ਇਹਨਾਂ ਕੀ ਹਾਸਲ ਕੀਤਾ ਸਮਾਜ ਲਈ? ਇਹ ਕੋਈ ਗੱਲ ਨਹੀਂ ਬਣਦੀ। ਅੱਜ ਜੇ ਲੜਾਈ 'ਚ ਇੱਥੇ ਤੱਕ ਰੋਕ ਵਾ ਇਹਨਾਂ ਨੂੰ, ਜਿਹੜੀਆਂ ਸੈਂਟਰ ਦੀਆਂ ਸਰਕਾਰਾਂ ਚਾਹੇ ਪੰਜਾਬ ਦੀਆਂ ਸਰਕਾਰਾਂ, ਇਹ ਵੱਡੇ ਕਾਰਪੋਰੇਟ ਘਰਾਣਿਆਂ ਦੇ ਘਰ ਭਰਨੇ ਚਾਹੁੰਦੇ ਸੀ। ਜੇ ਅੱਜ ਉਹਨਾਂ ਅੱਗੇ ਰੋਕ ਆ, ਤੇ ਕਿਸਾਨ ਲੜਾਈ ਆ। ਅੱਜ ਜੇ ਉਹਨਾਂ ਦੇ ਅੰਦਰ ਡਰ ਵਾ, ਤੇ ਕਿਸਾਨ ਲੜਾਈ ਆ।
ਕੋਈ ਵੀ ਇਸ ਲੈਵਲ ਦਾ ਇਸ ਵੇਲੇ ਖਾਸ ਕਰਕੇ ਪੰਜਾਬ ਜਿਹੜਾ ਪੰਜਾਬ ਚਾਨਣ ਮੁਨਾਰਾ ਪੂਰੇ ਹਿੰਦੁਸਤਾਨ ਦਾ ਬਣ ਗਿਆ। 8-10 ਜਿਹੜੀਆਂ ਸਟੇਟਾਂ ਵਾ ਉੱਥੇ ਸਾਡੀ ਲੜਾਈ ਚੱਲ ਪਈ ਹੈ ਤੇ ਉਹਦਾ ਜਿਹੜਾ ਚਾਨਣ ਮੁਨਾਰਾ ਇਸ ਵੇਲੇ ਉਹ ਪੰਜਾਬ ਆ। ਇਸ ਕਰਕੇ ਇਹ ਵੀ ਜ਼ਰੂਰ ਦੱਸੋ ਜੀ, ਤੁਸੀਂ ਦੱਸਿਆ ਹੁਣੇ ਕਿ ਜਿਹੜੇ ਆਲ ਇੰਡੀਆ ਦੇ ਵਿੱਚ ਚੱਲ ਰਹੇ ਆ ਹੁਣ ਤੇ ਬਾਕੀ ਸਟੇਟਾਂ ਤੇ ਜਿੱਦਾਂ ਪੰਜਾਬ ਦੇ ਵਿੱਚ ਤਾਂ ਰੋਹ ਵੱਧਦਾ ਹੀ ਜਾ ਰਿਹਾ ਹੈ, ਹਰਿਆਣੇ ਵਿੱਚ ਵੀ ਕਾਫੀ ਰੋਹ ਹੈਗਾ ਹੈ ਨਾ ਜੀ, ਤੇ ਬਾਕੀ ਸਟੇਟਾਂ ਅਸੀਂ ਸੁਣ ਵਿਚਾਰ ਸੀ ਕਿ ਜਿੱਦਾਂ ਕੇਰਲਾ ਵਗੈਰਾ ਜਿਹੜੀ ਨਿਚਲੀਆਂ ਸਾਊਥ ਇੰਡੀਅਨ ਸਟੇਟਾਂ ਨੇ ਉੱਥੇ ਵੀ ਰੋਹ ਵੱਧਦਾ ਜਾ ਰਿਹਾ ਤੇ ਕਿਵੇਂ ਵੇਖਦੇ ਆ ਤੁਸੀਂ? ਕੀ ਖਬਰਾਂ ਤੁਹਾਨੂੰ ਤਾਂ ਪਤਾ ਹੀ ਹੈਗਾ ਸਾਰਾ ਕੁਝ, ਤੇ ਉੱਥੇ ਕੀ ਚੱਲ ਰਿਹਾ ਪੈਨ ਇੰਡੀਆ ਦੀ ਗੱਲ ਕਰਾਂ ਜਿਵੇਂ? ਦੇਖੋ ਤਾਲਮੇਲ ਕਮੇਟੀ ਜਿਹੜੀ ਦਿੱਲੀ ਸਾਡੀ ਜਿਹੜੀ ਆ 250 ਛੋਟੀਆਂ ਵੱਡੀਆਂ ਜਥੇਬੰਦੀਆਂ ਦਾ ਸਾਡਾ ਇੱਕ ਥੜਾ ਉੱਥੇ ਉਹ ਹੈ ਸਾਡੇ ਇਸ ਤਿੰਨਾਂ ਆਰਡੀਨੈਂਸਾਂ ਦੇ ਇੱਥੇ ਵੀ ਉਹ ਸਹਿਮਤ ਨੇ ਸਾਡੇ ਨਾਲ। ਇੱਥੇ ਉਹਦੇ 'ਚੋਂ ਸਾਡੀਆਂ 10 ਜਥੇਬੰਦੀਆਂ ਜਿਹੜਾ ਉਹਦਾ ਹਿੱਸਾ 13 ਜਿਹੜਾ ਉਹਨਾਂ ਦਾ ਆਪਣਾ ਵੀ ਹੈਗਾ ਜਿਹੜੀਆਂ ਬਾਕੀ ਹੁਣ ਇਕੱਠੀਆਂ ਹੋ ਕੇ ਇਸ ਵੇਲੇ ਤੇ ਸਾਡਾ ਕੁਝ ਤਾਲਮੇਲ ਵਿੱਚ 30 ਜਥੇਬੰਦੀਆਂ ਪੰਜਾਬ ਦੇ ਨੇ। ਇਸ ਕਰਕੇ ਉਹ ਲੜਾਈ ਨੂੰ ਜਿਹੜੀ ਆ ਇਹਦੇ ਤੋਂ ਅੱਗੇ ਅਸੀਂ ਵੇਖਦੇ ਹਾਂ ਦਿੱਲੀ ਨਾਲ ਲੜਾਈ ਆ ਭਵਿੱਖ 'ਚ ਕੀ ਪਿਆ ਵਾ, ਪਰ ਲੜਾਈ ਪੂਰੀ ਦ੍ਰਿੜਤਾ ਨਾਲ ਦੇਵਾਂਗੇ। ਸਾਡੀ ਕੋਸ਼ਿਸ਼ ਆਪਣੀ ਜਥੇਬੰਦੀ ਦੂਜਿਆਂ ਨੂੰ ਇੱਥੇ ਲੈ ਕੇ ਆਈਏ ਵੀ ਅਸੀਂ ਉੱਥੇ ਸੈਂਟਰ ਜਿਹੜਾ ਦਿੱਲੀ 'ਚ ਜਿਹੜਾ ਉਸ ਲੜਾਈ ਨੂੰ ਲਗਾਤਾਰ ਮੋਰਚਾ ਬਣਾ ਕੇ ਲੜਿਆ ਜਾਵੇ ਅਤੇ ਟੱਕਰ ਲਈ ਜਾਵੇ ਦਿੱਲੀ ਨਾਲ। ਇਹ ਸਾਡੀ ਸਮਝ ਆ। ਠੀਕ ਹੈ, ਮਤਲਬ ਕਿ ਜਿੱਤਣਾ ਨਾ ਜਿੱਤਣਾ ਉਹ ਭਵਿੱਖ ਦੀ ਗੱਲ ਹੈ, ਪਰ ਲੜਨਾ ਜਾਰੀ ਹੈ। ਹਾਂ, ਲੜਨਾ ਇਸ ਇੱਕ ਕਹਿ ਲਓ ਵੀ ਮਨ ਬਣਾ ਕੇ ਜਿਹਨੂੰ ਲਹੂ ਵੀ ਟਮੀ ਲੜਾਈ ਕਹਿੰਦੀ ਹੈ, ਸਮਰਪਿਤ ਭਾਵਨਾ। ਹਾਂ ਸਮਰਪਿਤ ਭਾਵਨਾ ਨਾ, ਚਾਹੇ ਉਹਦੇ ਵਾਸਤੇ ਸਾਨੂੰ ਕੁਝ ਵੀ ਕਰਨਾ ਪਵੇ ਉਹਦੀ ਦ੍ਰਿੜਤਾ ਨਾਲ ਕੋਸ਼ਿਸ਼ ਕਰਾਂਗੇ। ਸਾਰੀਆਂ ਜਥੇਬੰਦੀਆਂ ਚੰਗੀਆਂ ਨੇ, ਸਾਰੀਆਂ ਇੱਕ ਮੱਤ ਵੀ ਰੱਖਣੀਆਂ ਨੇ, ਇਕੱਠੀਆਂ ਵੀ ਰਹਿਣ ਇੱਕ ਵਿਚਾਰਾਂ ਦੀਆਂ, ਤੇ ਇਹ ਲੜਾਈ ਨੂੰ ਜਿਹੜੀ ਅੱਗੇ ਲੈ ਕੇ ਜਾਵਾਂਗੇ। ਬਹੁਤ ਬਹੁਤ ਧੰਨਵਾਦ ਜੀ। ਸੋ ਜਿਵੇਂ ਸਰਦਾਰ ਸਾਹਿਬ ਨੇ ਦੱਸਿਆ ਕਿ ਵਿਚਾਰਕ ਮਤਭੇਦ ਹੋ ਸਕਦੇ ਨੇ, ਪਰ ਸਾਰਿਆਂ ਨੂੰ ਅਸੀਂ ਇਕੱਠੀਆਂ ਲੈ ਕੇ ਚੱਲਣਾ ਹੈ, ਕਿਉਂਕਿ ਜੇ ਇਕੱਠੇ ਲੈ ਕੇ ਚੱਲਾਂਗੇ ਤਾਂ ਹੀ ਸੈਂਟਰ ਦੇ ਉੱਤੇ ਦਬਾਅ ਬਣਾ ਪਾਵਾਂਗੇ ਔਰ ਸੈਂਟਰ ਨੂੰ ਵੀ ਤਾਂ ਹੀ ਅਸੀਂ ਮਜਬੂਰ ਕਰ ਪਾਵਾਂਗੇ ਕਿ ਸਾਡੀ ਗੱਲ ਕੋਈ ਸੁਣੇ ਤੇ ਇਸ ਉੱਤੇ ਕੋਈ ਡਿਸੀਜਨ ਲਿੱਤਾ ਜਾਵੇ। ਜਿੱਦੇ ਭਾਈ ਸਾਹਿਬ ਨੇ ਦੱਸਿਆ ਕਿ ਚਿੱਠੀ ਭੇਜੀ ਗਈ ਸੀ ਉਹਨਾਂ ਨੁਮਾਇੰਦਿਆਂ ਵੱਲੋਂ ਜਿਨ੍ਹਾਂ ਕੋਲੇ ਹੱਕ ਹੀ ਨਹੀਂ ਹੈ ਕੋਈ ਡਿਸੀਜਨ ਲੈਣ ਦਾ, ਤਾਂ ਕਿਸਾਨ ਜਥੇਬੰਦੀਆਂ ਚਾਹੁੰਦੀਆਂ ਨੇ ਕਿ ਉਹ ਬੰਦਾ ਜਾਂ ਉਹ ਪਾਵਰ ਸਾਹਮਣੇ ਆਵੇ ਜੋ ਡਿਸੀਜਨ ਮੇਕਰ ਹੋਵੇ, ਜੋ ਇਸ ਮੁੱਦੇ ਦੇ ਉੱਤੇ ਕੋਈ ਆਪਣਾ ਪੱਖ ਰੱਖ ਸਕੇ ਜਾਂ ਕਿਸਾਨਾਂ ਮੁੱਦਿਆਂ ਨੂੰ ਚੰਗੀ ਤਰ੍ਹਾਂ ਵਿਚਾਰ ਸਕੇ, ਇਹਨਾਂ ਦੇ ਉੱਤੇ ਕੋਈ ਫੈਸਲਾ ਸੁਣਾ ਸਕੇ। ਕੈਮਰਾਮੈਨ ਕੁਲਜਿੰਦਰ ਸਿੰਘ ਦੇ ਨਾਲ ਮਨਦੀਪ ਸਿੰਘ, ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਧੰਨਵਾਦ। पंजाब ते पंजाबियत नाल जुड़िया हर मुद्दा, हर खबर निरपक्ष तरीके नाल तुहाडे तक पहुंचण दी कोशिश विच तुसीं भी देवो साडा साथ। तां हुणे लाइक करो साडा फेसबुक पेज, सबसक्राइब करो यूट्यूब ते अते फॉलो करो इंस्टा अते ट्विटर ते निरपक्ष पोस्ट। खबर दी निरपक्ष आवाज़ विजिट करो www.nirpakhpost.com।